ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਨਵਾਂ ਪ੍ਰੋਗਰਾਮ ਜਿਹੜਾ ਪਹਿਲਾਂ ਤੁਸੀਂ ਪਿਛਲਾ ਹਫਤਾ ਲੰਘਿਆ ਹਫਤਾ ਛੱਡ ਕੇ ਤੇ ਪਿਛਲੇ ਸੈਚਰਡੇ ਪ੍ਰੋਗਰਾਮ ਦੇਖਿਆ ਸੀ ਜੀ। ਉਸ ਨੂੰ ਅਗਲੀ ਸਟੇਜ ਤੇ ਜਿਹੜਾ ਕਿ ਕੀ ਆਪਾਂ ਕਿੱਥੇ ਗੱਲਬਾਤ ਛੱਡੀ ਸੀ ਉਹ ਤੋਂ ਅਗਲੀ ਗੱਲਬਾਤ ਸ਼ੁਰੂ ਕਰਾਂਗੇ ਜੀ। ਪ੍ਰੋਗਰਾਮ ਜਿਹੜਾ ਸਿਟੀ ਲੋ ਪ੍ਰੈਕਟਿਸ ਸਲਿਸਟਰ ਹੁੰਦੇ ਜਵੇਦ ਰਸ਼ੀਦ ਜੀ ਸਟੂਡੀਓ ਵਿੱਚ ਪਹੁੰਚ ਚੁੱਕਿਆ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਅਗਲੀ ਅਪਡੇਟ ਵੀ ਜਾਣਾਂਗੇ ਕਿੱਥੋਂ ਆਪਾਂ ਗੱਲਬਾਤ ਛੱਡੀ ਸੀ ਤੇ ਉੱਥੋਂ ਹੀ ਪ੍ਰੋਗਰਾਮ ਅਗਲਾ ਆਪਾਂ ਅਪਡੇਟ ਲਵਾਂਗੇ ਜੀ। ਤੇ ਬਿਲਕੁਲ ਜਿੱਥੇ ਜਿੱਥੇ ਤੁਸੀਂ KTV ਦੇਖ ਰਹੇ ਹੋ ਤਾਂ ਉੱਥੇ ਉੱਥੇ ਤੁਹਾਨੂੰ KTV ਜਿਹੜਾ ਹਮੇਸ਼ਾ ਅਪਡੇਟ ਦਿੰਦਾ, ਹਰ ਇੱਕ ਮੁੱਦੇ ਦੇ ਉੱਤੇ ਦਿੰਦਾ, ਹਰ ਇੱਕ ਮਸਲੇ ਦੇ ਉੱਤੇ ਦਿੰਦਾ। ਤੇ ਐਜ਼ ਏ ਮੀਡੀਆ ਹੋਣ ਦੇ ਨਾਤੇ KTV ਦੀ ਵੀ ਜ਼ਿੰਮੇਵਾਰੀ ਬਣਦੀ ਕਿ ਸੱਚੀ ਤੇ ਸੁੱਚੀ ਜਿਹੜੀ ਹੈ ਸਲਾਹ ਉਹ ਤੁਹਾਡੇ ਤੱਕ ਪਹੁੰਚਾਈ ਜਾਵੇ ਤਾਂ ਜੋ ਆਪਣੀ ਕਮਿਊਨਿਟੀ ਨੂੰ ਗਲਤ ਚੀਜ਼ਾਂ ਤੋਂ ਬਚਾਇਆ ਜਾ ਸਕੇ ਜਾਂ ਕਹਿ ਲਈਏ ਕਿ ਧੋਖਿਆਂ ਤੋਂ ਬਚਾਇਆ ਜਾ ਸਕੇ। ਸੋ ਇਸ ਲਈ ਜਿਹੜੀ ਵੀ ਚੀਜ਼ ਸੱਚੀ ਹੁੰਦੀ ਹੈ, ਸਹੀ ਹੁੰਦੀ ਹੈ, ਉਹੀ ਤੁਹਾਨੂੰ KTV ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ। ਤੇ ਇਹ ਜਾਣਕਾਰੀ ਜਿਹੜੀ ਤੁਹਾਨੂੰ ਕਿ 2 ਹਫ਼ਤੇ ਪਹਿਲਾਂ ਜਵੇਦ ਰਸ਼ੀਦ ਜੀ ਨੇ ਦਿੱਤੀ ਸੀ, ਉਸੇ ਜਾਣਕਾਰੀ ਨੂੰ ਅੱਗੇ ਅਪਡੇਟ ਦੇਣ ਦੇ ਲਈ ਜਵੇਦ ਰਸ਼ੀਦ ਜੀ ਦੁਆਰਾ ਫਿਰ ਇੱਕ ਵਾਰ ਸਟੂਡੀਓ ਦੇ ਵਿੱਚ KTV ਦੇ ਸਟੂਡੀਓ ਦੇ ਵਿੱਚ ਪਹੁੰਚ ਚੁੱਕਿਆ। ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ। ਜਵੇਦ ਰਸ਼ੀਦ ਜੀ ਵੈਲਕਮ ਜੀ ਤੇ ਜੀ ਆਇਆਂ ਨੂੰ ਜੀ। सलाम सत श्री अकाल भाजी, शुक्रिया थैंक यू तुसां बुलाया। अज एक बड़े इंपोर्टेंट मुद्दे ते बुलाने गल करने वास्ते मैंने बुलाया गया। हाँ जी ते थैंक यू तुसां दा। ते मजीद वक्त ज़ाया कीते बगैर हाँ जी असीं जल्दी नाल अपनी जिहड़ा HGV ड्राइवर लाइसेंस हाँ जी ते अज बड़ी इंपोर्टेंट गल्लां करनियां, अपडेट देनियां। बड़ी रूमर्स या मिथ जिहड़ी फैल रही आ हाँ जी बड़े प्लेटफॉर्म ते उसकी थोड़ी कन्फ्यूजन जी लोगों के अंदर हैगी आ। ਜਿਹੜੇ ਸਾਨੂੰ ਮਿਡਲ ਈਸਟ ਤੋਂ ਇੰਡੀਆ ਤੋਂ ਪਾਕਿਸਤਾਨ ਤੋਂ ਫੋਨ ਕਾਲਾਂ ਆ ਰਹੀਆਂ ਤੇ ਜਿਹੜੇ ਆਪਣੇ ਸਾਰੇ ਭੈਣ ਜਿਹੜੇ ਆਪਣੇ ਭਾਈ ਹਨ ਸਾਰੇ ਜਿਹੜੇ ਡਰਾਈਵਰ ਇੰਡਸਟਰੀ ਦੇ ਅੰਦਰ ਅੱਗੇ ਉਹਨਾਂ ਦੀ ਅੱਜ ਜਿਹੜੀ ਕਨਫਿਊਜ਼ਨ ਆ, ਜਿਹੜੀ ਰਿਊਮਰਸ ਆ ਅੱਜ ਕਲੀਅਰ ਕਰ ਦਿੰਦੇ ਆ। ਠੀਕ ਬਿਲਕੁਲ ਜੀ। ਜਿਵੇਂ ਤੁਸੀਂ ਕਿ ਹਿੰਟ ਦੇ ਦਿੱਤਾ ਦਰਸ਼ਕਾਂ ਨੂੰ ਕਿ HGV ਡਰਾਈਵਰ ਬਿਲਕੁਲ ਜੀ। ਜਿਹੜਾ ਆਪਾਂ 2 ਵੀਕਾਂ ਪਹਿਲਾਂ ਪ੍ਰੋਗਰਾਮ ਕੀਤਾ ਸੀ ਉਹਦੇ ਵਿੱਚ ਵੀ ਇਹ ਗੱਲਬਾਤ ਆਪਾਂ ਕੀਤੀ ਸੀ ਤੁਹਾਡੇ ਨਾਲ ਕਿ ਜਿਹੜਾ ਕਿ UK ਦੇ ਵਿੱਚ ਇਸ ਵੇਲੇ ਡਰਾਈਵਰਸ ਦੀ ਬਹੁਤ ਕਿੱਲਤ ਚੱਲ ਰਹੀ ਹੈ, ਬਹੁਤ ਸ਼ਾਰਟੇਜ ਚੱਲ ਰਹੀ ਆ। ਤੇ ਸਰਕਾਰ ਵੱਲੋਂ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਹਫ਼ਤੇ ਦੇ ਵਿੱਚ ਆਮ ਰੋਡਾਂ ਤੇ ਦੇਖਿਆ ਗਿਆ ਕਿ UK ਦੀ ਆਰਮੀ ਸੱਦੀ ਗਈ ਸੀ ਕਿ ਪੈਟਰੋਲ ਸਟੇਸ਼ਨਾਂ ਦੇ ਉੱਤੇ ਜਿਹੜਾ ਫਿਊਲ ਆ ਉਸ ਨੂੰ ਪਹੁੰਚਦਾ ਕੀਤਾ ਜਾਵੇ। ਪਰ ਹੁਣ ਗਵਰਨਮੈਂਟ ਨੇ ਜਿਵੇਂ ਕਿ 2 ਵੀਕਾਂ ਪਹਿਲਾਂ ਜਵੇਦ ਰਸ਼ੀਦ ਜੀ ਨੇ ਦੱਸਿਆ ਸੀ ਕਿ ਨਵੀਂ ਸਕੀਮ ਲੈ ਕੇ ਆ ਰਹੀ ਗਵਰਨਮੈਂਟ HGV ਵੀ ਜਿਹੜੇ ਕਿ ਡਰਾਈਵਰਸ ਹਨ ਉਹਨਾਂ ਦੇ ਲਈ ਹੈਵੀ ਡਿਊਟੀ ਵਹੀਕਲਸ ਉਹਨਾਂ ਦੇ ਲਈ ਕਿ ਉਹਨਾਂ ਨੂੰ ਸਪੈਸ਼ਲ ਵੀਜ਼ਾ ਦੇ ਕੇ UK ਦੇ ਵਿੱਚ ਲਿਆਂਦਾ ਜਾਊਗਾ ਤਾਂ ਜੋ ਜਿਹੜੀ ਕਿ ਇੱਥੇ ਇੱਕ ਕਮੀ ਚੱਲ ਰਹੀ ਡਰਾਈਵਰਾਂ ਦੀ ਉਸ ਨੂੰ ਪੂਰਾ ਕੀਤਾ ਜਾ ਸਕੇ। ਪਰ ਉਹਦੇ ਵਿੱਚ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਕਿ ਇੱਕ ਚੀਜ਼ ਕੋਈ ਨਿਕਲਦੀ ਹੈ ਤੇ ਸਾਡੇ ਲੋਕ ਉਸ ਨੂੰ ਬਹੁਤ ਕੈਸ਼ ਕਰਾਉਣ ਪੈ ਜਾਂਦੇ ਹਨ ਕਿਉਂਕਿ ਗਲਤ ਲੋਕ ਵੀ ਉਸ ਦੇ ਵਿੱਚ ਆ ਜਾਂਦੇ ਹਨ ਜਿਨ੍ਹਾਂ ਦਾ ਮਕਸਦ ਸਿਰਫ ਤੇ ਸਿਰਫ ਇੱਕੋ ਹੀ ਹੁੰਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਨੂੰ ਲੁੱਟਿਆ ਜਾਵੇ ਤੇ ਲੋਕਾਂ ਦੀ ਮਾਨਸਿਕ ਤੌਰ ਤੇ ਵੀ, ਸੋਸ਼ਲ ਤੌਰ ਤੇ ਵੀ ਤੇ ਮਾਇਆ ਦੇ ਪੱਖੋਂ ਵੀ ਲੋਕਾਂ ਦੀ ਲੁੱਟ ਕੀਤੀ ਜਾਂਦੀ ਹੈ। ਪਰ ਕੀ ਉਹਦੇ ਵਿੱਚ ਪਰਦਾ ਹੁੰਦਾ ਹੈ ਉਹ ਕਿਸੇ ਨੂੰ ਨਹੀਂ ਦੱਸਿਆ ਜਾਂਦਾ ਤੇ ਇਸੇ ਕਰਕੇ ਹੀ ਜਵੇਦ ਰਸ਼ੀਦ ਜੀ ਸਾਰੀਆਂ ਚੀਜ਼ਾਂ ਤੋਂ ਪਰਦਾ ਚੁੱਕਣ ਵਾਸਤੇ KTV ਦੇ ਸਟੂਡੀਓ ਦੇ ਵਿੱਚ ਆਇਆ। ਪਹਿਲਾਂ ਜੀ ਜਿਹੜਾ ਇੱਕ ਸਵਾਲ ਆਪਣੇ ਕੋਲ ਜੀ ਜਿਹੜਾ HGV ਡਰਾਈਵਰ ਦਾ ਆਪਾਂ ਪ੍ਰੋਗਰਾਮ ਕੀਤਾ ਸੀ ਉਹ ਤਾਂ ਸਵਾਲ ਮੈਨੂੰ ਕਿਸੇ ਨੇ ਲਿਖਾਇਆ ਸੀ ਜੀ ਆਪਣੇ ਸਟੂਡੀਓ ਦੇ ਵਿੱਚ। ਉਹ ਮੈਂ ਪਹਿਲਾਂ ਤੁਹਾਨੂੰ ਸਵਾਲ ਪੁੱਛਦਾ ਜਿਹੜੇ ਡਰਾਈਵਰਾਂ ਨੂੰ ਵੀਜ਼ਾ ਦੀ ਖੁੱਲ੍ਹ ਮਿਲਣੀ ਆ ਜਾਂ ਮਿਲ ਰਹੀ ਆ ਉਹਦੇ ਵਿੱਚ ਕੀ ਜੀ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਜਿਹੜੀਆਂ ਆਪਣੀ ਏਸ਼ੀਅਨ ਕੰਟਰੀ ਆ ਉਹਨਾਂ ਨੂੰ ਐਡ ਕੀਤਾ ਗਿਆ ਕਿ ਨਹੀਂ ਐਡ ਕੀਤਾ ਗਿਆ? ਪਹਿਲਾ ਸਵਾਲ ਤਾਂ ਇਹ ਜੀ। ਹਾਂਜੀ ਭਾਜੀ ਬੜਾ ਜ਼ਬਰਦਸਤ ਸਵਾਲ ਕੀਤਾ ਪ੍ਰੋਗਰਾਮ ਸ਼ੁਰੂ ਹੋਣੇ ਨਾਲ ਹੀ। ਸਭ ਤੋਂ ਪਹਿਲੀ ਗੱਲ ਆ ਕਿ ਇਹਨਾਂ 2 ਤਰ੍ਹਾਂ ਦੀ ਮੇਨ ਪਾਲਿਸੀਆਂ, 2 ਤਰ੍ਹਾਂ ਦੀ HGV ਡਰਾਈਵਰ ਦੀ ਪਾਲਿਸੀਆਂ ਇਸ਼ੂ ਕੀਤੀਆਂ। ਠੀਕ ਹੈ ਹਾਂਜੀ। ਇਹ ਦੋਨੋਂ ਪਾਲਿਸੀਆਂ 5-5 ਦਿਨ ਦੇ ਵਕਫੇ ਦੇ ਨਾਲ ਇਹਨਾਂ ਇਸ਼ੂ ਕੀਤੀਆਂ। ਠੀਕ ਹੈ ਭਲੇ ਇੰਡੀਆ, ਪਾਕਿਸਤਾਨ, ਦੁਬਈ, ਮਸਕਤ, ਸਾਊਦੀ ਅਰਬ ਦੇ ਕੰਟਰੀਆਂ ਤੋਂ ਡਰਾਈਵਰ ਲਵਣਗੇ ਨਹੀਂ ਲਵਣਗੇ ਇਸ ਦਾ ਮੈਂ ਬਾਅਦ ਚੋਂ ਜਵਾਬ ਦੇਵਾਂਗਾ। ਠੀਕ ਹੈ ਜੀ। ਇਸ ਤੋਂ ਪਹਿਲੇ ਮੈਂ ਥੋੜਾ ਜਿਹਾ ਇੱਕ ਇੰਟਰੋਡਕਸ਼ਨ ਜਿਹਾ ਬੰਦ ਦੇਵਾਂ। ਠੀਕ ਹੈ ਜੀ। ਠੀਕ ਹੈ ਜੀ। ਪਹਿਲੇ ਤੁਸੀਂ ਬੜੀ ਸੋਹਣੀ ਗੱਲ ਆਖੀ ਕਿ ਸ਼ਾਰਟੇਜ ਡਰਾਈਵਰਾਂ ਦੀ ਹੈਗੀ, ਫਿਊਲ ਦੀ ਨਹੀਂ ਹੈਗੀ। ਹਾਂਜੀ ਬਹੁਤ ਸਾਰੇ ਲੋਕ ਕਹਿ ਰਹੇ ਨੇ UK ਦੇ ਅੰਦਰ ਫਿਊਲ ਦੀ ਸ਼ਾਰਟੇਜ ਆ। ਫਿਊਲ ਦੀ ਸ਼ਾਰਟੇਜ ਨਹੀਂ ਹੈਗਾ, ਡਰਾਈਵਰਾਂ ਦੀ ਸ਼ਾਰਟੇਜ ਹੈ। ਬਿਲਕੁਲ ਜੀ, ਪਹੁੰਚਦਾ ਨਹੀਂ ਹੋ ਰਿਹਾ। ਹਾਂਜੀ ਹੁਣ ਇਹ ਡਰਾਈਵਰ ਕਿਹੜੇ ਨੇ? ਇਹ HGV ਡਰਾਈਵਰ ਹਨ। HGV ਡਰਾਈਵਰ ਦਾ ਮਤਲਬ ਹੈਵੀ ਗੁੱਡ ਵਹੀਕਲਸ ਜਾਂ ਲਾਰਜ ਜਿਹੜੀ ਵੱਡੀਆਂ ਟਰਾਲੇ ਲੋਰੀਆਂ ਚਲਾਉਂਦੇ। ਠੀਕ ਆ। ਅੱਛਾ UK ਗਵਰਨਮੈਂਟ ਨੇ ਕੀ ਕੀਤਾ? ਠੀਕ ਆ ਕਿ ਜਿਹੜੀ ਡਰਾਈਵਰਾਂ ਦੀ ਸ਼ਾਰਟੇਜ ਆਈ ਕਿਧਰੋਂ? ਇਹ ਨੋਰਮਲੀ ਸ਼ਾਰਟੇਜ ਆਈ ਇੱਕ ਤੇ ਬ੍ਰੈਕਸਿਟ ਦੇ ਕਾਰਨ ਤੋਂ ਆਈ, ਦੂਜਾ ਕੋਵਿਡ ਦੇ ਕਾਰਨ ਆਈ, ਤੀਜਾ ਇੰਡਸਟਰੀ ਦੇ ਅੰਦਰ ਵੇਜਿਸ ਲੋ ਹੋਣੇ ਦੀ ਵਜ੍ਹਾ ਤੋਂ ਜਾਂ ਡਰਾਈਵਰਾਂ ਦੀ ਜਿਹੜੀ ਕੰਡੀਸ਼ਨ ਸੀ, ਵਰਕਿੰਗ ਕੰਡੀਸ਼ਨ, ਫਲੈਕਸੀਬਲ ਆਵਰ ਨਾ ਹੋਣਾ
ਉਸ ਵਜ੍ਹਾ ਤੋਂ ਸ਼ਾਰਟੇਜ ਸਾਰੀ ਜਮ੍ਹਾਂ ਹੋ ਗਈ। ਹਾਂਜੀ ਤੇ ਹੁਣ ਕੀਤਾ ਕਿ ਜਿਤਨੇ ਵੀ ਵੱਡੇ ਵੱਡੇ ਟਰਾਂਸਪੋਰਟ ਸਪਲਾਈ ਚੇਨ ਦੀ ਕੰਪਨੀਆਂ ਸਨ, ਹਾਂਜੀ ਉਹਨਾਂ ਜਾਂ ਮਿਨਿਸਟਰੀਆਂ ਵੀ ਪ੍ਰੈਸ਼ਰ ਪਾਇਆ ਹਾਂਜੀ ਇਮੀਗ੍ਰੇਸ਼ਨ ਵਾਲਿਆਂ ਤੇ, ਜਾਂ ਆਪਣੀ ਜਿਹੜੀ ਰੈਲੇਵੈਂਟ ਮਿਨਿਸਟਰੀਜ਼ ਹਨ ਕਿ ਤੁਸੀਂ ਅਗਰ ਡਰਾਈਵਰ ਨਹੀਂ ਪੂਰੇ ਕਰੋਗੇ, ਫੂਡ ਸਪਲਾਈ ਦੀ ਚੇਨ ਦੀ ਜਿਹੜੇ ਟਰਾਂਸਪੋਰਟੇਸ਼ਨ ਪੂਰੀ ਨਹੀਂ ਕਰੋਗੇ, ਹਾਂਜੀ ਜਿਹੜੀ ਪੋਲਟਰੀ ਦੀ ਪ੍ਰੋਡਕਟਸ ਹੈਗੀਆਂ ਕ੍ਰਿਸਮਸ ਤੇ ਪੂਰੀ ਨਹੀਂ ਕਰੋਗੇ, ਤੇ ਕੰਟਰੀ ਦੇ ਅੰਦਰ ਸ਼ਾਰਟੇਜ ਬਹੁਤ ਜ਼ਿਆਦਾ ਆ ਜਾਊਗੀ। ਹਾਂਜੀ ਇਹ ਸ਼ਾਰਟੇਜ ਚੱਲ ਰਹੀ ਸੀ ਕਾਫੀ ਮਹੀਨਿਆਂ ਤੋਂ, ਬ੍ਰੈਕਸਿਟ ਤੋਂ ਸਟ੍ਰੇਟ ਅਵੇ, ਹਾਂਜੀ ਠੀਕ ਹੈ, ਲੇਕਿਨ ਇਹ ਇੱਕਦਮ ਸਿਚੁਏਸ਼ਨ ਇਹਨਾਂ ਦੇ ਹੱਥ ਤੋਂ ਬਾਹਰ ਚਲੇ ਗਈ। ਹਾਂਜੀ ਤੇ ਬੋਰਿਸ ਜੌਨਸਨ ਸਾਹਿਬ ਨੇ ਜਾਂ ਬਾਕੀ ਮਿਨਿਸਟਰ ਨੇ ਕੀ ਕੀਤਾ, ਇਸ ਸ਼ਾਰਟੇਜ ਨੂੰ ਪੂਰਾ ਕਰਨੇ ਵਾਸਤੇ ਰਾਤੋਂ ਰਾਤ ਇਹਨਾਂ ਦੋ ਮੇਨ ਪਾਲਿਸੀਆਂ ਕੱਢੀਆਂ। ਠੀਕ ਹੈ ਜੀ। ਇੱਕ ਜਿਹੜੀ ਪਾਲਿਸੀ ਕੱਢੀ ਹਾਂਜੀ ਜਿਸ ਦਾ ਨਾਮ ਹੈ ਨਿਊ, ਇਹ ਮੈਂ ਐਗਜ਼ੈਕਟ ਨਾਮ ਵੀ ਦੱਸ ਦੇਣਾ ਤਾਂ ਕਿ ਮਜ਼ੀਦ ਕਨਫਿਊਜ਼ਨ ਨਾ ਰਹੇ। ਹਾਂਜੀ ਪਹਿਲੀ ਜਿਹੜੀ ਇਹਨਾਂ ਦੀ ਪਾਲਿਸੀ ਹੈ ਨਿਊ HGV ਡਰਾਈਵਰ ਵੀਜ਼ਾ ਸਕੀਮ। ਠੀਕ ਹੈ ਜੀ। HGV ਡਰਾਈਵਰ ਵੀਜ਼ਾ ਸਕੀਮ, ਠੀਕ ਹੈ ਜੀ। ਇਹ ਸਕੀਮ ਫਾਲ ਕਰਦੀ ਆ ਸੀਜ਼ਨਲ ਵਰਕਰ ਜਾਂ ਟੈਂਪਰੇਰੀ ਵਰਕਰ ਦੇ ਅੰਦਰ, ਠੀਕ ਜੀ। ਜਿਹੜੀ ਯੂਕੇ ਦੀ ਇਮੀਗ੍ਰੇਸ਼ਨ ਪਾਲਿਸੀ ਹੈਗੀ ਹਾਂਜੀ, ਆ, ਹਾਂਜੀ, ਠੀਕ ਆ। ਹਾਂਜੀ। ਔਰ ਇਸ ਪਾਲਿਸੀ ਦੇ ਅੰਦਰ ਕਿਹੜੇ ਕਿਹੜੇ ਦੇਸ਼ ਜਾਂ ਹਾਂਜੀ। ਕਿਹੜੇ ਕਿਹੜੇ ਦੇਸ਼ਾਂ ਦੇ ਡਰਾਈਵਰ ਲਾਇਸੈਂਸ ਸ਼ਾਮਿਲ ਹਨ, ਉਸ ਤੋਂ ਪਹਿਲੇ ਮੈਂ ਦੱਸ ਦੇਣਾ। ਠੀਕ ਹੈ ਜੀ। ਠੀਕ ਹੈ, ਹਾਂਜੀ। ਇੱਕ ਤੇ ਹੋਗੀ ਇਹ ਪਾਲਿਸੀ। ਠੀਕ ਹੈ ਜੀ। ਦੂਜੀ ਪਾਲਿਸੀ ਆ ਜਿਹਦਾ ਨਾਮ ਉਹਨਾਂ ਰੱਖਿਆ, ਜਿਹੜੀ 3 ਦਿਨ ਪਹਿਲੇ ਆਈ ਆ, ਹਾਂਜੀ। ਉਹਦਾ ਨਾਮ ਹੈ ਕੰਸੈਸ਼ਨ ਫॉर ਟੈਂਪਰੇਰੀ ਠੀਕ ਹੈ ਜੀ। ਲੀਵ ਟੂ ਅਲਾਉ ਇੰਪਲੋਇਮੈਂਟ ਐਜ਼ HGV ਫਿਊਲ ਡਰਾਈਵਰ। ਠੀਕ ਹੈ ਜੀ। ਮਤਲਬ ਇਸਦਾ ਕਿ ਇਹਨਾਂ ਇੱਕ ਇਮੀਗ੍ਰੇਸ਼ਨ ਰੂਲ ਤੋਂ ਹਟ ਕੇ, ਹਾਂਜੀ ਇਮੀਗ੍ਰੇਸ਼ਨ ਰੂਲ ਤੋਂ ਹਟ ਕੇ ਇੱਕ ਵੀਜ਼ਾ ਪਾਲਿਸੀ ਫਿਊਲ ਟੈਂਕ ਡਰਾਈਵਰ ਜਿਹੜੇ HGV ਉਹਨਾਂ ਵਾਸਤੇ ਕੀਤੀ। ਅੱਛਾ, ਜਿਹੜੀ ਪਹਿਲੀ ਪਾਲਿਸੀ ਆ ਉਸ ਵਿੱਚ ਉਹਨਾਂ ਆਲਮੋਸਟ 5000 ਡਰਾਈਵਰ, ਠੀਕ ਹੈ ਜੀ। ਜਿਹੜੇ HGV ਡਰਾਈਵਰ, ਹਾਂਜੀ ਔਰ ਆਲਮੋਸਟ 5500 ਪੋਲਟਰੀ ਵਰਕਰ। ਠੀਕ ਹੈ ਜੀ। ਠੀਕ ਆ, ਠੀਕ ਹੈ ਜੀ। ਇਹ ਬੇਸ਼ੱਕ ਨੋਟ ਕਰ ਲਓ ਤੁਸੀਂ। ਹਾਂਜੀ ਹਾਂਜੀ 5000 ਡਰਾਈਵਰ, ਹਾਂਜੀ HGV ਡਰਾਈਵਰ, ਹਾਂਜੀ ਔਰ 5000 ਪੋਲਟਰੀ ਵਰਕਰ। ਠੀਕ ਹੈ ਜੀ। ਜਿਹੜੀ ਦੂਸਰੀ ਪਾਲਿਸੀ ਆ, ਜਿਹੜੀ ਦੂਸਰੀ ਪਾਲਿਸੀ ਆ ਜੋ ਕੰਸੈਸ਼ਨ ਪਾਲਿਸੀ ਆ, ਉਸ ਦੇ ਅੰਦਰ ਉਹਨਾਂ 300 ਫਿਊਲ ਡਰਾਈਵਰ ਲੈਣੇ ਨੇ। ਠੀਕ ਹੈ ਜੀ। ਆ? ਹਾਂਜੀ ਅੱਛਾ, ਜੇ ਟੈਂਕਰ ਡਰਾਈਵਰ ਜਿਹਨੂੰ ਆਪਾਂ ਟੈਂਕਰ ਕਹੀਏ। driver ਕਹਿੰਦੇ। ਹਾਂਜੀ ਹਾਂਜੀ ਯਾਨੀ 10000 ਹਿੱਕ ਹੋ ਗਏ ਤੇ 300 ਹਿੱਕ ਹੋ ਗਏ। ਹਾਂਜੀ ਠੀਕ ਆ? ਹਾਂਜੀ ਹਾਂਜੀ ਅੱਛਾ, ਜਿਹੜੀ ਪਹਿਲੀ ਪਾਲਿਸੀ ਹੈਗੀ ਆ, ਠੀਕ ਆ, ਉਸ ਦੇ ਅੰਦਰ ਗਵਰਨਮੈਂਟ ਨੇ ਸਿਰਫ 4 ਵੱਡੀਆਂ ਕੰਪਨੀਆਂ ਨੂੰ ਇਖਤਿਆਰ ਦਿੱਤਾ। ਹਾਂਜੀ ਹਾਂਜੀ ਹੋਰ ਨਾ ਸੁਣਨਾ। ਇੱਥੇ ਮੈਂ ਇਸੇ ਕੁਐਸਚਨ ਤੇ ਆਉਣਾ ਸੀ, ਇੱਥੇ ਵੀ ਆਉਣਾ ਸੀ ਹਾਂਜੀ। ਕਿ ਇੱਕ ਤਾਂ ਪਹਿਲਾ ਜਿਹੜਾ ਮੇਰਾ ਸਵਾਲ ਇਹ ਸੀ ਵੀ ਏਸ਼ੀਅਨ ਪਾਕਿਸਤਾਨ ਕੰਟਰੀਆਂ ਨੂੰ ਉਹਦੇ ਵਿੱਚ ਅਲਾਉ ਕੀਤਾ ਕਿ ਨਹੀਂ ਕੀਤਾ ਨਾ, ਤੇ ਜਾਂ ਫਿਰ ਯੂਰਪੀਅਨ ਕੰਟਰੀਆਂ ਨੂੰ ਪਹਿਲ ਦਿੱਤੀ ਜਾਊਗੀ ਇਹਦੇ ਵਿੱਚ, ਤੇ ਜਾਂ ਫਿਰ ਇਹਦੇ ਨਾਲ ਇੱਕ ਹੋਰ ਮੈਂ ਹੁਣ ਆਪਣਾ ਇੱਕੋ ਵਾਰੀ ਸਾਰੇ ਕੁਐਸਚਨ ਕਰ ਦੇਣਾ, ਤੁਸੀਂ ਇਕੱਠਾ ਫਿਰ ਜੀ। ਟਾਈਮ ਤੁਹਾਡੇ ਕੋਲ ਖੁੱਲ੍ਹਾ ਹੋਊਗਾ ਜੀ। ਪਰ ਇੱਕ ਇਹਦੇ ਵਿੱਚ ਰੌਲਾ ਚੱਲਿਆ ਸੀ ਕਿ ਜਿੱਦਾਂ ਕਿ HGV ਡਰਾਈਵਰ ਕੋਈ ਵੀ ਕੰਪਨੀ ਆ, ਮੰਨ ਲਓ ਮੈਂ ਗੱਡੀ ਚਲਾ ਰਿਹਾ, ਟਰਾਂਸਪੋਰਟ ਕੰਪਨੀ ਚਲਾ ਰਿਹਾ, ਮੇਰੇ ਕੋਲ 1 ਟਰੱਕ ਹੈ, ਮੇਰੇ ਕੋਲ 2 ਟਰੱਕ ਹੈ, ਜਾਂ ਮੇਰੇ ਕੋਲ 5 ਟਰੱਕ ਆ, ਕੀ ਮੈਂ ਵੀ ਉਹਨਾਂ ਡਰਾਈਵਰਾਂ ਲਈ ਅਪਲਾਈ ਕਰ ਸਕਦਾ? ਜਾਂ ਜਿਹੜੇ ਕਿਸੇ ਕੋਲ ਆਪਰੇਟਰ ਲਾਇਸੈਂਸ ਆ, ਟਰੱਕ ਹੀ ਕਿਸੇ ਕੋਲ 2 ਆ, ਕਿਸੇ ਕੋਲ 3 ਹੈ, ਜਾਂ ਕਿਸੇ ਕੋਲ ਇੱਕ ਟਰੱਕ ਆ, ਉਹ ਵੀ ਅਪਲਾਈ ਕਰ ਸਕਦਾ? ਜਾਂ ਕੋਈ ਸਪੈਸ਼ਲ ਲਾਇਸੈਂਸ ਚਾਹੀਦਾ ਉਹਦੇ ਵਾਸਤੇ ਵੀਜ਼ਾ ਅਪਲਾਈ ਕਰਨ ਲਈ, ਕਿਸੇ ਨੂੰ ਆਪਾਂ ਬਾਹਰਲੇ ਮੁਲਕ ਤੋਂ ਸੱਦਣਾ? ਜਾਂ ਕੰਪਨੀ ਦੇ ਕੀ, ਗਵਰਨਮੈਂਟ ਦੇ ਕੀ ਕੰਡੀਸ਼ਨਸ ਰੱਖੀਆਂ ਕਿ ਕੌਣ ਅਪਲਾਈ ਕਰ ਸਕਦਾ ਉਹਦੇ ਬਾਰੇ ਜੀ? ਇਹਦੇ ਬਾਰੇ ਥੋੜੀ ਇਨਫੋਰਮੇਸ਼ਨ ਦਿਓ ਜੀ। ਬਿਲਕੁਲ ਠੀਕ ਹੈ ਭਾਜੀ, ਮੈਂ ਹਾਂਜੀ। ਸਵਾਲ ਸਮਝ ਲਿਆ ਭਾਜੀ। ਹੋਰ ਵੀ ਸਵਾਲ ਕਰ ਲਓ ਜਾਂ ਮੈਂ ਪਹਿਲਾਂ ਜਵਾਬ ਦੇ ਦੂੰ ਉਸਦਾ? ਨਹੀਂ ਨਹੀਂ ਠੀਕ ਹੈ ਜੀ, ਮੈਂ ਤੁਹਾਨੂੰ ਦੱਸ ਦਿੰਦਾ, ਤੁਸੀਂ ਤੱਕ ਆਪਣਾ ਕੱਢ ਲਓ ਸਾਰਾ ਕੁਝ। ਇੱਕ ਤਾਂ ਇੱਕ ਹਾਂਜੀ ਨਾ ਬੜੇ ਔਖੇ ਦੇ ਅੱਗੇ ਤੇ ਤਾਂ ਮੈਂ ਲਿਖ ਕੇ ਵੀ ਲਿਆਇਆ ਸਾਂ। ਤੇ ਬਿਲਕੁਲ ਜੀ, ਇਹ ਪਹਿਲੀ ਗੱਲ ਤਾਂ ਇਹ ਹੈ ਕਿ ਕੌਣ ਅਪਲਾਈ ਕਰ ਸਕਦਾ ਜੀ ਇਸ ਲਾਇਸੈਂਸ ਨੂੰ? ਅੱਛਾ, ਪਹਿਲਾ ਸਵਾਲ ਤੁਸਾਂ ਦਾ ਇਹ ਆ ਹਾਂਜੀ ਕਿ ਤੁਸਾਂ ਕੋਲ 2 4 5 ਲੌਰੀਆਂ ਆ ਗਈਆਂ, ਹਾਂਜੀ ਤੁਸਾਂ ਕੋਲ ਕੰਮ ਵੀ ਹੈਗਾ, ਡਰਾਈਵਰ ਕੋਈ ਨਹੀਂ, ਹਾਂਜੀ ਤੇ ਤੁਸਾਂ ਕਰਨਾ ਕੀ ਆ? ਠੀਕ ਜੀ। ਐਜ਼ ਆਈ ਸੈਡ, ਇਹ ਜੋ ਮੈਂ ਆਖਿਆ, ਹਾਂਜੀ। ਗਵਰਨਮੈਂਟ ਦੀ ਪਹਿਲੀ ਸਕੀਮ ਦੇ ਤਹਿਤ, ਹਾਂਜੀ ਪਹਿਲੀ ਸਕੀਮ ਦੇ ਤਹਿਤ ਤੁਸੀਂ ਕੰਟੈਕਟ ਕਰੋਗੇ, ਹਾਂਜੀ ਇਹਨਾਂ 4 ਕੰਪਨੀਆਂ ਨੂੰ। ਠੀਕ ਹੈ ਜੀ। ਉਹਨਾਂ ਦਾ ਨਾਮ ਹੀ ਮੈਂ ਦੱਸ ਦੇਣਾ, AG ਰਿਕਰੂਟਮੈਂਟ, ਹਾਂਜੀ ਕੌਨਕੋਰਡੀਆ, ਫਰੂਟਫੁਲ ਜੌਬਸ ਜਾਂ ਪ੍ਰੋ ਫੋਰਸ। ਠੀਕ ਹੈ ਜੀ। ਤੁਸੀਂ ਇਹਨਾਂ ਨੂੰ ਰਾਬਤਾ ਕਰੋਗੇ, ਠੀਕ ਹੈ ਜੀ। ਇਹਨਾਂ ਕੰਪਨੀਆਂ ਨਾਲ ਰਾਬਤਾ ਕਰੋ, ਇਹ ਕੰਪਨੀਆਂ ਤੁਹਾਨੂੰ ਡਰਾਈਵਰ ਲੈ ਕੇ ਦੇਵਣਗੀਆਂ। ਠੀਕ ਜੀ। ਠੀਕ ਹੁਣ ਇਹ ਕੰਪਨੀਆਂ ਕਿੱਥੋਂ ਡਰਾਈਵਰ ਲੈ ਕੇ ਦੇਵਣਗੀਆਂ? ਹਾਂਜੀ ਠੀਕ ਆ। ਠੀਕ ਜੀ। ਇਹ ਸਕੀਮ ਸਟਾਰਟ ਹੋ ਰਹੀ ਆ ਮੰਡੇ ਨੂੰ ਸ਼ਾਮੀ 4 ਵਜੇ। ਠੀਕ ਜੀ। ਉਹਨਾਂ ਜਿਹੜੀ ਇਹਨਾਂ ਦੀ ਵੈਬਸਾਈਟ ਦੇ ਉੱਪਰ, ਵੈਬਸਾਈਟ ਤੇ ਦਿੱਤਾ, ਹਾਂਜੀ। ਗਵਰਨਮੈਂਟ ਦੀ ਆਪਣੀ ਆਫੀਸ਼ੀਅਲ ਵੈਬਸਾਈਟ ਤੇ। ਹਾਂਜੀ ਹਾਂਜੀ ਠੀਕ ਆ। ਤੁਸੀਂ ਕਹੋ ਜੀ ਮਨ ਡਰਾਈਵਰ ਚਾਹੀਦੇ, ਹਾਂਜੀ ਠੀਕ ਆ, ਜਾਂ ਤੁਸੀਂ ਇਹਨਾਂ ਕੰਪਨੀਆਂ ਦੇ ਵੈਬਸਾਈਟ ਤੇ ਜਾਓ, ਹਾਂਜੀ ਜਾਂ ਜਿੰਨੇ ਡਰਾਈਵਰ ਦਾ ਵੀਜ਼ਾ ਲੈ ਕੇ ਯੂਕੇ ਚ ਆਉਣਾ, ਹਾਂਜੀ ਉਹ ਇਹਨਾਂ ਦੀ ਵੈਬਸਾਈਟ ਤੇ ਜਾਵਣ। ਹਾਂਜੀ ਬੇਸਿਕਲੀ ਜੇ ਮੇਰੇ ਕੋਲ 2 ਟਰੱਕ ਆ, ਮੇਰੇ ਕੋਲ 5 ਟਰੱਕ ਆ, ਜਾਂ ਕਿਸੇ ਕੋਲ 10 ਟਰੱਕ ਵੀ ਆ, ਚਲੋ ਇਦਾਂ ਨਹੀਂ ਵੀ ਮੈਂ ਜੀ ਕਹਾਂ ਕਿਸੇ ਨਾਲ ਹੋਵੇ ਮੇਰਾ ਕੋਈ ਰਿਸ਼ਤੇਦਾਰ ਹੈ ਉੱਥੇ, ਮੈਂ ਉਹਨੂੰ ਕਹਾਂ ਮੈਨੂੰ ਤੂੰ ਇਦਾਂ ਕਰ 20 ਲੱਖ ਰੁਪਈਆ ਤੇ ਮੈਂ ਤੈਨੂੰ ਯੂਕੇ ਦਾ ਵੀਜ਼ਾ ਦਵਾ। ਫਿਲਹਾਲ ਨਹੀਂ ਕਰ ਸਕਦੇ, ਹਾਂਜੀ ਫਿਲਹਾਲ ਨਹੀਂ ਕਰ ਸਕਦੇ, ਉਹਦੀ ਵਜ੍ਹਾ ਵੀ ਮੈਂ ਦੱਸ ਦੇਣਾ। ਠੀਕ ਚਲੋ ਮੈਂ ਸਿੱਧਾ ਜਵਾਬ ਦੇ ਦੇਣਾ। ਹਾਂਜੀ ਗਵਰਨਮੈਂਟ ਨੇ ਪਹਿਲੇ ਕੀ ਕੀਤਾ,
ਇਹਨਾਂ 4 ਕੰਪਨੀਆਂ ਨੂੰ ਕੰਟਰੈਕਟ ਦਿੱਤਾ ਠੀਕ ਹੈ ਜੀ ਕਿ ਭਾਈ ਸਾਹਿਬ ਇਹ 4 ਕੰਪਨੀਆਂ ਇਹਨਾਂ ਨਾਲ ਰਾਬਤਾ ਕਰੋ ਹਾਂਜੀ ਇਹਨਾਂ ਕੋਲ ਐਕਸਪਰਟੀਜ਼ ਹੈਗੀ ਆ ਠੀਕ ਹੈ ਜੀ ਇਹਨਾਂ ਪਹਿਲੇ ਚੱਕਰਨ ਯੂਰਪ ਤੋਂ ਡਰਾਈਵਰ ਠੀਕ ਜੀ ਅੱਛਾ ਸਕੀਮ ਦੇ ਅੰਦਰ ਇਹਨਾਂ ਕਲੀਅਰਲੀ ਲਿਖਾ ਹੋਇਆ ਜਿਨ੍ਹਾਂ ਕੋਲ ਯੂਰਪੀਅਨ ਡਰਾਈਵਰ ਹੋਵੇ ਹਾਂਜੀ। ਜਿਨ੍ਹਾਂ ਕੋਲ ਈਏ ਦਾ ਐਚਜੀਵੀ ਡਰਾਈਵਰ ਲਾਇਸੈਂਸ ਹੋਵੇ ਹਾਂਜੀ। ਜਿਨ੍ਹਾਂ ਕੋਲ ਨਾਰਵੇ ਦਾ ਹੋਵੇ ਸਵਿਸ ਦਾ ਹੋਵੇ ਮੇਨਲੀ ਯੂਰਪੀਅਨ ਕੰਟਰੀ ਦਾ ਡਰਾਈਵਰ ਲਾਇਸੈਂਸ ਹੋਵੇ ਜਿਹੜੀ ਪ੍ਰਾਇੋਰਟੀ ਆ ਉਹ ਈਯੂ ਨੂੰ ਦਿੱਤੀ ਗਈ ਜੀ ਹੁਣ ਮੈਂ ਇੱਕ ਇੱਕ ਕਰਕੇ ਜਵਾਬ ਦੇਣਾ ਹਾਂਜੀ। ਪ੍ਰਾਇੋਰਟੀ ਈਯੂ ਡਰਾਈਵਰ ਨੂੰ ਦਿੱਤੀ ਗਈ ਏ ਠੀਕ ਜੀ ਉਸਦੀ ਵਜ੍ਹਾ ਹੋਵੇ ਕਿ ਉਹਨਾਂ ਦੇ ਜਿਹੜੇ ਐਚਜੀਵੀ ਲਾਇਸੈਂਸ ਹਨ ਹਾਂਜੀ। ਉਹ ਸਟ੍ਰੇਟ ਅਵੇ ਇੱਥੇ ਚੱਲ ਸਕਦੇ ਨੇ ਬਿਲਕੁਲ ਜੀ ਠੀਕ ਆ ਹਾਂਜੀ। ਇਹ ਗੱਲ ਹੈ ਹਾਂਜੀ ਤੇ ਅਗਰ ਇਸ ਸਵਾਲ ਦਾ ਮੈਂ ਜਵਾਬ ਦਵਾਂ ਸਟ੍ਰੇਟ ਅਵੇ ਹਾਂਜੀ ਕਿ ਇੰਡੀਆ ਪਾਕਿਸਤਾਨ ਜਾਂ ਅਰਬ ਕੰਟਰੀਆਂ ਦੇ ਫਿਲਹਾਲ ਉਹਨਾਂ ਨਹੀਂ ਆਖਿਆ ਠੀਕ ਇਹਦਾ ਜਵਾਬ ਮੈਂ ਬਾਅਦ ਚੋਂ ਮਜ਼ੀਦ ਐਕਸਪਲੇਨ ਕਰਾਂਗਾ ਹਾਂਜੀ ਉਹਨਾਂ ਵਾਸਤੇ ਕੀ ਹੈਗਾ ਠੀਕ ਜੀ। ਬਿਲਕੁਲ ਉਹ ਫਰਸਟ੍ਰੇਟ ਨਾ ਹੋਵਨ ਹਾਂਜੀ ਹਾਂਜੀ ਉਹਨਾਂ ਦਾ ਵੀ ਮੈਂ ਬਾਅਦ ਚੋਂ ਆਣਾ ਠੀਕ ਹੈ ਜੀ ਪਹਿਲੇ ਪ੍ਰਾਇੋਰਟੀ ਗਵਰਨਮੈਂਟ ਨੇ ਦਿੱਤੀ ਆ ਜਿਨ੍ਹਾਂ ਕੋਲ EU HGV ਡਰਾਈਵਰ ਲਾਇਸੈਂਸ ਹੋਵੇ ਹਾਂਜੀ ਠੀਕ ਆ ਹਾਂਜੀ ਜਦੋਂ ਇਹ ਆਖਾ ਕਿ ਯੂਰਪ ਦੇ ਡਰਾਈਵਰ ਆਵਨ ਗਵਰਨਮੈਂਟ ਅੱਗੇ ਪਿੱਛੇ ਤੱਕਿਆ ਉਹਨਾਂ ਕਹਿੰਦੇ ਅਸਾਂ ਕੋਈ ਨਹੀਂ ਆਣਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਗਵਰਨਮੈਂਟ ਨੂੰ ਰਾਤੋਂ ਰਾਤ ਉਹਨਾਂ ਦੀ ਬਿਲਕੁਲ ਜਿਹੜੀ ਜੀ। ਇੰਟੈਲੀਜੈਂਸ ਪਤਾ ਲੱਗ ਗਿਆ ਹਾਂਜੀ। ਭਾਈ ਸਾਹਿਬ ਉਧਰੋਂ ਬੰਦੇ ਤੇ ਨਹੀਂ ਆਵਣਗੇ ਹਾਂ, ਹਾਂ। ਉਹਨੇ ਐਗਜ਼ੈਕਟ 5-6 ਦਿਨਾਂ ਬਾਅਦ ਠੀਕ ਜੀ ਇੱਕ ਹੋਰ ਕੰਸੈਸ਼ਨ ਪਾਲਿਸੀ ਕੱਢ ਦਿੱਤੀ ਠੀਕ ਜੀ ਉਸ ਪਾਲਿਸੀ ਦੇ ਤਹਿਤ ਉਹਨਾਂ ਇਹ ਆਖਿਆ ਹੂੰ ਕਿ ਕਿਹੜਾ ਵੀ ਬੰਦਾ ਹਾਂਜੀ ਜਿਸ ਕੋਲ ਫਿਊਲ ਟੈਂਕਰ ਦਾ ਜਾਂ ਲਾਇਸੈਂਸ ਹੈਗਾ ਹਾਂਜੀ ਉਹ ਯੂਕੇ ਦੇ EMPLOYER ਨੂੰ ਕੰਟੈਕਟ ਕਰੇ ਠੀਕ ਜੀ ਉਹ EMPLOYER ਇੱਥੇ ਦੀ ਮਿਨਿਸਟਰੀ ਕੋਲੋਂ ਇਜਾਜ਼ਤ ਲਊਗਾ ਠੀਕ ਹੈ ਜੀ ਔਰ ਉਹ ਸਿੱਧਾ ਬਾਰਡਰ ਤੇ ਆ ਕੇ ਪਹੁੰਚ ਜਾਵਣ ਠੀਕ ਹੈ ਜੀ ਅਸੀਂ ਉੱਥੇ ਹੀ 에ਅਰਪੋਰਟ ਤੇ ਉਹਨਾਂ ਨੂੰ ਵੀਜ਼ਾ ਦੇ ਦੇਵਾਂਗੇ ਨਹੀਂ ਇਹ ਜਿੱਦਾਂ ਤੁਸੀਂ ਕਿਹਾ ਕਿ ਕੋਈ ਵੀ ਬੰਦਾ ਨਹੀਂ ਸਪੈਸ਼ਲੀ ਉਹ ਹੀ ਲੋਕ ਜਿਹੜੇ ਜਿਨ੍ਹਾਂ ਨੂੰ ਯੂਕੇ ਆਉਣ ਲਈ ਵੀਜ਼ਾ ਨਹੀਂ ਚਾਹੀਦਾ ਸਿਰਫ ਹਾਂਜੀ ਕੋਈ ਵੀ ਬੰਦੇ ਦਾ ਮੁਰਾਦ ਕੋਈ ਵੀ ਕੰਟਰੀ ਹਾਂਜੀ ਜਿਹੜਾ ਨਾਨ ਵੀਜ਼ਾ ਨੈਸ਼ਨਲ ਹੋਵੇ ਹਾਂਜੀ ਨਾਨ ਵੀਜ਼ਾ ਨੈਸ਼ਨਲ ਦਾ ਮਤਲਬ ਹਾਂਜੀ ਕੋਈ ਵੀ ਸ਼ਖਸ ਜਿਸ ਕੋਲ ਇਹਦਾ ਪਾਸਪੋਰਟ ਹੋਵੇ ਜਿਸ ਤੇ ਯੂਕੇ ਆਣ ਵੀਜ਼ੇ ਵਾਸਤੇ ਕੋਈ ਵੀਜ਼ਾ ਲੈਣਾ ਨਹੀਂ ਚਾਹੀਦਾ ਠੀਕ ਜੀ ਜਿਸੇ ਨਾਰਮਲੀ ਯੂਰਪੀਅਨ ਕੰਟਰੀਆਂ ਆਏ ਹਾਂਜੀ ਬ੍ਰੈਕਸਿਟ ਤੋਂ ਬਾਅਦ ਜਿਸੇ ਅਮਰੀਕਾ ਆਂਦਾ ਜਿਸੇ ਆਸਟ੍ਰੇਲੀਆ ਆਂਦਾ ਜਿਸੇ ਕੈਨੇਡਾ ਆਂਦਾ ਠੀਕ ਹੈ ਜੀ ਅਗਰ ਇਹ ਲੋਕੀ ਵੀ ਇੱਥੇ ਟਰੱਕ ਜਾਂ ਲੋਰੀ ਜਾਂ ਫਿਊਲ ਟੈਂਕਰ ਚਲਾਉਣਾ ਚਾਹੁੰਦੇ ਹਾਂਜੀ ਤੇ ਇਹ 1 ਅਕਤੂਬਰ ਤੋਂ ਲੈ ਕੇ 15 ਅਕਤੂਬਰ ਤੱਕ ਇੱਥੇ ਆ ਸਕਦੇ ਨੇ ਠੀਕ ਹੈ ਜੀ ਇਸਦੀ ਡੈਡਲਾਈਨ ਸਿਰਫ 15 ਅਕਤੂਬਰ ਤੱਕ ਹੈ ਔਰ ਇਹ ਵੀਜ਼ਾ ਸਿਰਫ ਮਾਰਚ ਤੱਕ ਹੋਊਗਾ ਠੀਕ ਹੈ ਜੀ ਮਾਰਚ ਅਗਲੇ ਸਾਲ ਦੀ ਹਾਂਜੀ ਹਾਂਜੀ ਵੈਰੀ ਸ਼ੋਰਟ ਟਰਮ ਠੀਕ ਹੈ ਬੇਸਿਕਲੀ 6 ਮੰਥ ਵੀਜ਼ਾ ਹੋ ਗਿਆ ਜੀ ਹਾਂਜੀ 6 ਮੰਥ ਵੀਜ਼ਾ ਹੋ ਗਿਆ ਹਾਂਜੀ ਹੁਣ ਤੁਸੀਂ ਇਹ ਦੇਖ ਲਓ ਕਿ ਇਹਨਾਂ ਸਾਰੀਆਂ ਕੰਟਰੀਆਂ ਦੇ ਜਿਹੜੇ ਡਰਾਈਵਰ ਹੈਗੇ ਇਹ ਸਾਰੇ ਆਲਮੋਸਟ ਵੱਡੀ ਕੰਟਰੀਆਂ ਦੇ ਬਾਸ਼ਿੰਦੇ ਹੈਗੇ ਨਾਗਰਿਕ ਹੈਗੇ ਹਾਂਜੀ ਇਹ ਕਿਆ 6 ਮਹੀਨੇ ਸੇ ਆਵਣਗੇ ਹਾਂ, ਹਾਂ। ਮੇਰਾ ਨਹੀਂ ਖਿਆਲ ਕਿ ਇਤਨੇ ਸ਼ੋਰਟ ਟਾਈਮ ਵਾਸਤੇ ਆਵਣਗੇ ਹਾਂਜੀ ਹਾਂਜੀ ਠੀਕ ਆ ਹਾਂਜੀ ਠੀਕ ਆ ਪਹਿਲੇ ਨਾ ਆਖਿਆ ਸੀ ਪਿਓਰਲੀ ਯੂਰਪੀਅਨ ਕੰਟਰੀਆਂ ਵਾਸਤੇ ਹਾਂਜੀ ਫਿਰ ਇਹ ਯੂਰਪੀਅਨ ਤੋਂ ਆਏ ਦੂਸਰੇ ਨਾਨ ਵੀਜ਼ਾ ਨੈਸ਼ਨਲ ਕੰਟਰੀਆਂ ਵਾਸਤੇ ਠੀਕ ਯਾਨੀ ਜਿਨ੍ਹਾਂ ਦੇ ਪਾਸਪੋਰਟ ਤੇ ਯੂਕੇ ਸਿਰ ਐਂਟਰੀ ਹੁੰਦੀ ਆ ਹਾਂਜੀ ਠੀਕ ਆ ਹਾਂਜੀ ਹੁਣ ਇਹ ਕੀ ਕਰਨਗੇ ਇਹ ਦੇਖਣਗੇ ਅਗਲੇ 5-7-10 ਦਿਨਾਂ ਚ ਕਿਤਨੇ ਲੋਕੀ ਆਂਦੇ ਨੇ ਹਾਂਜੀ ਅਗਰ ਨਹੀਂ ਆਂਦੇ ਫਿਰ ਆਵਣਗੇ ਇੰਡੀਅਨ ਪਾਕਿਸਤਾਨ ਯੂਰਪ ਔਰ ਉਸ ਪਾਸੇ ਹਾਂਜੀ ਬੇਸਿਕਲੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਇਹ ਡਰਾਈਵਰ ਪਹਿਲੀ ਗੱਲ ਤਾਂ ਜਿਹੜਾ ਟੋਟਲ ਡਰਾਈਵਰ ਇਹਨਾਂ ਨੂੰ ਬਾਹਰੋਂ ਚਾਹੀਦਾ ਐਟ ਦਾ ਮੂਵਮੈਂਟ ਉਹ 5000 ਡਰਾਈਵਰ ਚਾਹੀਦਾ ਜੀ ਸਕੀਮ ਦੇ ਤਹਿਤ ਇਹ 5000 ਲਵਣਗੇ ਯੂਰਪੀਅਨ ਕੰਟਰੀਆਂ ਔਰ 3000 ਫਿਊਲ ਟੈਂਕਰ ਵਾਲੇ ਲਵਣਗੇ ਹਾਂਜੀ ਹਾਂਜੀ ਸਕੀਮ ਦੇ ਤਹਿਤ ਹਾਂਜੀ ਠੀਕ ਹੈ ਜੀ ਤੇ ਇਹ ਜਿਹੜੇ ਜੇਕਰ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਕਿ ਗਵਰਨਮੈਂਟ ਨੂੰ ਵੀ ਹਰ ਇੱਕ ਦੀ ਟੈਨਸ਼ਨ ਹੁੰਦੀ ਹੈ ਨਾ ਉਹ ਉਹਨਾਂ ਕੋਲ ਵੱਡੇ ਵੱਡੇ ਥਿੰਕ ਟੈਂਕ ਇਸੇ ਕਰਕੇ ਪੈਸੇ ਲੈਂਦੇ ਆ ਕਿ ਕਿੱਦਾਂ ਕੰਟਰੋਲ ਕਰਨਾ ਪਾਲਿਸੀਆਂ ਨੂੰ ਤੇ ਜਿਹੜੀ ਪਹਿਲੀ ਸਕੀਮ ਤਾਂ ਜਦੋਂ ਉਹਨੇ ਗਵਰਨਮੈਂਟ ਵੱਲੋਂ ਲਾਂਚ ਕੀਤੀ ਗਈ ਵੀ ਹਾਂਜੀ ਯੂਰਪੀਅਨ ਨੂੰ EU ਨੂੰ ਪ੍ਰਾਇੋਰਟੀ ਦੇ ਦਿੱਤੀ ਗਈ ਪਰ ਰਾਤੋਂ ਰਾਤ ਪਤਾ ਲੱਗਿਆ 2-3 ਦਿਨਾਂ ਦੇ ਵਿੱਚ ਪਤਾ ਲੱਗ ਗਿਆ ਕਿ ਨਹੀਂ ਜੀ ਕੋਈ ਅਪਲਾਈ ਨਹੀਂ ਕਰ ਰਿਹਾ ਕੋਈ ਲੋਕਾਂ ਦਾ ਇੰਟਰਸਟ ਹੈ ਨਹੀਂ ਫਿਰ ਉਹਨਾਂ ਨੇ ਉਹਨੂੰ ਐਕਸਟੈਂਡ ਕਰਕੇ ਲੈ ਗਏ ਜਿਹੜੀਆਂ ਨਾਨ ਵੀਜ਼ਾ ਨੈਸ਼ਨਲ ਤੇ ਲੈ ਗਏ ਉਧਰੋਂ ਹੁਣ ਡਿਪੈਂਡ ਆ ਕਿੰਨਾ ਕੁ ਰਿਸਪੌਂਸ ਆਉਂਦਾ ਕਿ ਨਹੀਂ ਆਉਂਦਾ ਨਾ ਅੱਛਾ ਇਹ ਹੁਣ ਦੇਖ ਲਓ 15 ਅਕਤੂਬਰ ਦੀ ਡੈਡਲਾਈਨ ਹੈ ਅੱਜ ਕੀ ਹੋਗੀ 9 ਹੋਗੀ ਹਾਂਜੀ ਤੇ 5-6 ਦਿਨਾਂ ਚ 300 ਬੰਦਾ ਆ ਜਾਊਗਾ ਹਾਂਜੀ ਇਹ ਹੁਣ ਡਿਪੈਂਡ ਕਰਦਾ ਹੈ ਕਿ ਲੋਕਾਂ ਤੱਕ ਔਰ ਜਿਨ੍ਹਾਂ ਕੰਟਰੀਆਂ ਵਾਸਤੇ ਉਹਨਾਂ ਆਖਿਆ ਉਹ ਸਾਰੇ ਉਹ ਵੱਡੇ ਦੇਸ਼ ਹਨ ਜਿਹੜੇ ਵੱਡੇ ਦੇਸ਼ ਹਨ ਹਾਂਜੀ ਠੀਕ ਹੈ ਜਿਹੜੇ ਜ਼ਿਆਦਾਤਰ ਵੈਸਟਰਨ ਕੰਟਰੀਜ਼ ਹੈਗੇ ਨੇ ਔਰ ਜ਼ਿਆਦਾਤਰ ਜਿਹੜੇ ਇੱਕ ਪ੍ਰੋਸਪਰਸ ਕੰਟਰੀ ਹੈਗੇ ਹਾਂਜੀ ਤੇ ਮੇਰਾ ਨਹੀਂ ਖਿਆਲ ਕਿ ਇਤਨੀ ਜਲਦੀ ਲੋਕੀ ਇੱਥੇ ਆਵਣਗੇ ਹਾਂਜੀ ਹਾਊਐਵਰ ਇਹਨਾਂ ਹੋਰ ਵੀ ਕੀਤਾ ਜਿਹੜਾ HGV ਡਰਾਈਵਰ ਲਾਇਸੈਂਸ ਆ ਇਹਨਾਂ ਆਲਮੋਸਟ ਜਿਤਨੇ ਵੀ ਐਕਸ ਜਿਨ੍ਹਾਂ ਕੋਲ ਲਾਇਸੈਂਸ ਸੀ HGV ਇਹਨਾਂ ਨੂੰ ਚਿੱਠੀਆਂ ਭੇਜਣਾ ਸ਼ੁਰੂ ਕਰ ਦਿੱਤੀਆਂ ਔਰ ਸੁਣਨੇ 'ਚ ਇਹ ਵੀ ਆਇਆ ਇਹਨਾਂ ਇਲੀਗਲ ਬੰਦਿਆਂ ਨੂੰ ਵੀ ਕਹਿਣਾ ਸ਼ੁਰੂ ਕਰ ਦਿੱਤਾ ਖਬਰ 'ਚ ਆਇਆ ਮੈਂ ਕੋਲੋਂ ਨਹੀਂ ਕਹਿ ਰਿਹਾ ਕੱਲ ਕੋਈ ਸਾਡੇ ਮਗਰ ਪੈ ਜਾਵੇ ਤੁਸੀਂ ਕੋਲੋਂ ਗੱਲ ਕਹਿ ਦਿੱਤੀ ਹੈ ਖਬਰਾਂ 'ਚ ਆਇਆ ਕਿ ਇਹਨਾਂ ਜਿਤਨੇ ਵੀ ਬੰਦੇ ਅੱਗੇ ਯੂਕੇ 'ਚ ਜਾਂ ਜਿਤਨੇ ਵੀ ਐਕਸ ਜਿਨ੍ਹਾਂ ਕੋਲ HGV ਲਾਇਸੈਂਸ ਹੈਗੇ ਉਹਨਾਂ ਨੂੰ ਚਿੱਠੀਆਂ ਭੇਜੀਆਂ ਕਿ ਬਈ ਤੁਸੀਂ ਆ ਕੇ HGV ਡਰਾਈਵਰ ਦਾ ਲਾਇਸੈਂਸ ਆਪਣਾ ਰੀਨਿਊ ਕਰਾਓ ਜਾਂ ਦੁਬਾਰਾ ਲੋਰੀਆਂ ਚਲਾਓ ਅਸੀਂ ਤੁਹਾਨੂੰ ਇਨਸੈਂਟਿਵ ਦੇਵਾਂਗੇ ਪੈਸੇ ਦੇਵਾਂਗੇ ਫਲੈਕਸੀਬਲ ਆਵਰ ਦੇਵਾਂਗੇ ਤੁਹਾਨੂੰ ਚੰਗਾ ਪੈਕੇਜ ਦੇਵਾਂਗੇ ਬਿਲਕੁਲ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਜਿਹੜੀ ਚਿੱਠੀਆਂ ਵਾਲੀ ਗੱਲ ਆ ਇਹ ਤਾਂ ਬਿਲਕੁਲ ਸਹੀ ਆ ਕਿਉਂਕਿ ਜਿਹੜੇ
ਜਿਹਨਾਂ ਕੋਲ ਕਰੰਟ ਲਾਇਸੈਂਸ ਹੈ ਉਹਨਾਂ ਨੂੰ ਸਾਰਿਆਂ ਨੂੰ ਬੇਸਿਕਲੀ ਜਿਹਦੇ ਕੋਲ HGV ਲਾਇਸੈਂਸ ਆ ਉਹ ਲੈਟਰ ਹਰ ਇੱਕ ਨੂੰ ਆਇਆ ਕਿ ਤੇ ਤੁਸੀਂ ਜਿੱਦਾਂ ਪਹਿਲਾਂ ਕੋਵਿਡ ਦੇ ਟਾਈਮ NHS ਵਰਕਰਾਂ ਨੂੰ ਕਿਹਾ ਗਿਆ ਸੀ ਜੀ ਤੁਸੀਂ ਹੀਰੋ ਆ, NHS ਦੇ ਦੇਸ਼ ਦੇ ਹੀਰੋ ਆ। ਹੁਣ ਇਸੇ ਤਰ੍ਹਾਂ ਦੀ ਚਿੱਠੀਆਂ ਜਿਹੜੀਆਂ HGV ਵਰਕਰਾਂ ਨੂੰ ਵੀ ਆਈਆਂ ਤੇ ਨਾਲ ਉਹਨਾਂ ਨੇ ਇਹ ਕਿਹਾ ਕਿ ਜੇ ਤੱਕ ਤੁਸੀਂ ਲੋਰੀ ਨਹੀਂ ਚਲਾ ਰਹੇ ਰੋਡ ਦੇ ਉੱਤੇ ਨਹੀਂ ਤੇ ਉਹਨਾਂ ਨੂੰ ਬੇਸਿਕਲੀ ਹੋਰ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਕਿ ਤੁਸੀਂ ਆਓ ਰੋਡ ਤੇ ਆਓ। ਦੇਖੋ ਜੀ, ਲੋਰੀਆਂ ਨਹੀਂ ਚੱਲਣਗੀਆਂ, ਲੌਜਿਸਟਿਕ ਨਹੀਂ ਹੋਊਗੀ, ਟਰਾਂਸਪੋਰਟ नहीं चलूगी, ना फ्यूल मिलूगा, ना फूड मिलूगी, ना होर पोल्ट्री प्रोडक्ट्स मिलूगी, ना फ्रूट और सब्जियां मिलेंगी, कुछ नहीं मिलूगा। तो ये यूके जैसे एक दुनिया की जी ऑलमोस्ट 5वीं वड्डी इकॉनमी है, उस हुकूमत की बहुत वड्डी फेलियर हैगी आ। हुण हुकूमत ने अपनी फेलियर छुपाने वास्ते रातों रात एक कंसैशन पॉलिसी कढ़ी हैगी आ, जे ज़्यादातर लोगों को शायद पता नहीं उस तरह, ठीक है। बाज़ लोगों ने एज अ मजाक के तौर पर यह भी आख्या दुनिया जिस कोल भी HGV का लाइसेंस हैगा यूके दी एयरपोर्ट ते आ जावे, उन्हें तो सानू ठप्पा ला के दे देना, आओ जी साढ़े लॉरियां चलाओ। बाद लोगों ने ट्विटर ते या सोशल प्लेटफॉर्म ते ये भी गल्लां आखियां, हाँ जी, बड़ियां कोड़ियां गल्लां आखियां, हुकूमत नूं तनकीद कीती। हुण मेरा जाती ओपीनियन ये हैगा जेड़े इंडिया पाकिस्तान या दुबई या जेड़े टाटा के ट्रक चलाते या दुबई या सऊदी आर्मको के चलाते, क्योंकि मन बहुत फोन कॉल भी आ रही, I'm sure तुसानू भी आंदी होणगियां, इत्थे भी आंदियां होणगियां। इन्हां लोकां नूं की करना चाहिदा, ये अपने जो लाइसेंस लगे उन्होंने अप टू डेट रखन, ठीक है, अपनी स्किल नूं बेहतर करन, इन्हां वास्ते चांस शायद बेहतर बनूगा। जेडे 5000 ड्राइवर इन्हां चकने, ठीक है, 5000 ड्राइवर चकने, इन्हां दा कॉन्ट्रैक्ट है 4 कंपनियां कोलों, ठीक है जी, इन्हां दा कॉन्ट्रैक्ट हैगा 4 कंपनियां कोल, ठीक है। इस तो इलावा तुसां मेरे को जेड़ा सवाल पूछा सी जेडे आम इंडिविजुअल बंदे अगे जिन्हां कोल 5-10 लॉरियां आ गईयां वो की करन, सब तो पहले उन्हां नूं अपना स्पॉन्सरशिप लाइसेंस लेना चाहिए, ठीक है जी। स्पॉन्सरशिप लाइसेंस लो तुसी, स्पॉन्सरशिप लाइसेंस लेने तो बाद गवर्नमेंट की करूगी, वेरी लाइकली गवर्नमेंट ये करूगी कि इन्हां कंपनियां जिन्हां कोल HGV दे जिहड़ा हॉलिज कैरियर जिन्हों कहंदे ने, जिहड़ा फर्मा चला रहे हैं ट्रांसपोर्ट दियां, ये वीज़े इशू करन, ठीक जी। मोस्ट लाइकली यही होगा, लेकिन गवर्नमेंट स्टैप बाय स्टैप अप्रोच नाल चल रही है, क्योंकि गवर्नमेंट अपनी नालायकी छुपाने वास्ते स्ट्रेट अवे इमीग्रेशन के बूहे नहीं खोलेगी, ये तक लेना तुसीं, क्योंकि ब्रैक्सिट कारण दा मकसद ये होया सी कि इमीग्रेशन ते कंट्रोल किया जाए। हुण एकदम तो इमीग्रेशन के दरवाजे खोल दिते जावन ते गवर्नमेंट वास्ते काफ़ी नाकामी और फेलियर का सामना करना होगा। इस वास्ते पहले यूरोप ते गए, फिर नॉन वीज़ा नैशनल कंट्री ते गए, और तुसीं मेरे ख्याल के मुताबिक, मेरी राय के मुताबिक कुछ दिनों या कुछ महीनों ये तक रहना, ये वीज़ा नैशनल कंट्री ते भी चले जाएंगे, किसी अरब कंट्री दे, इंडिया दे, पाकिस्तान दे, या जो भी वीज़ा नैशनल कंट्री हैं अपने एशियन देशों तो भी ये लवणगे। इस मैं ये क्लीयर कहूँगा जेडे लोग ट्रकों के बिजनेस जिन्होंने हॉलिज कहते हैं, बिजनेस ये फर्म चलाते, ये स्पॉन्सर लाइसेंस अप्लाई करन, ठीक है जी। इट्स वेरी इंपॉर्टेंट यू अप्लाई फॉर दिस लाइसेंस, ये आपां को लाइसेंस होगा ते आपां वर्क परमिट इशू कर सकते हैं फ्यूचर दे विच आपां यूज कर फ्यूचर। वैसे भी मैं बार बार प्रोग्राम में आखा जेडे ब्रिटिश बिजनेसिस अगे या ब्रिटिश बेस्ड कंपनियां आ गईयां, क्योंकि ये फिलहाल ड्राइवरां दी शॉर्टेज आ, पोल्ट्री दी शॉर्टेज आ, फूड चेन सप्लाई दी शॉर्टेज आ, ये बाकियां सैक्टरां विच शॉर्टेज आऊगी, ठीक है, आऊगी। इस वास्ते सारे यूके बेस्ड बिजनेसिस स्पॉन्सरशिप लाइसेंस अप्लाई कर लवन। इस लाइसेंस की अप्लाई करने की फीस £536 अगी आ, विच इज़ नॉट डिफिकल्ट। अगर नहीं समझ आती साढ़े को पुछन, साढ़े को नहीं पूछते, खुद भी जो पढ़े लिखे बंदे कर सकते हैं, कर सकते हैं। ये मैं क्वेश्चन ये मेरे दिमाग में चल रहा सी कि जो स्पॉन्सरशिप लाइसेंस बनना जी लाइक छोटे ਜਿਹੜੇ ਹੋਲੀਅਰ ਹੈ ਉਹਨਾਂ ਦੇ ਵਾਸਤੇ ਉਹ ਕਿੱਥੇ ਅਪਲਾਈ ਹੋਣਾ, ਉਹ ਤੁਹਾਨੂੰ ਕੰਟੈਕਟ ਕਰਨ ਜਾਂ ਕੀ ਕਰਨਾ ਜੀ? ਉਹ ਬੇਸ਼ੱਕ ਸਾਨੂੰ ਕਰਨ ਜਾਂ ਕਿਸੇ ਵੀ ਜਿਹੜਾ ਕੁਆਲੀਫਾਈਡ ਵਕੀਲ ਹੈਗਾ, ਮੈਂ ਬਾਰ-ਬਾਰ ਕਹੂੰਗਾ ਕੁਆਲੀਫਾਈਡ ਵਕੀਲ ਜਿਹੜਾ ਹੈਗਾ ਉਸ ਕੋਲ ਚਲੇ ਜਾਵਨ, ਉਹ ਵੀ ਕਰ ਸਕਦਾ ਜਿਹਨੂੰ ਇਨਫ ਨੌਲੇਜ ਹੈਗੀ ਆ। ਲੇਕਿਨ ਇਹ ਕਾਨੂੰਨ ਇਤਨੀ ਤੇਜ਼ੀ ਨਾਲ ਰਾਤੋਂ ਰਾਤ ਚੇਂਜ ਕਰ ਰਹੇ ਨੇ। ਅੱਛਾ, ਦੂਜੀ ਗੱਲ ਤੁਸੀਂ ਲਾਇਸੈਂਸ ਤੋਂ ਆਖੀ, ਹੁਣ ਤੇ 4 ਕੰਪਨੀਆਂ ਦੇ ਰਹੀਆਂ, ਠੀਕ ਆ, ਕਿ ਬਈ ਅਸੀਂ ਜਿਹੜੇ HGV ਦੇ ਲਾਇਸੈਂਸ ਅਗੇ ਜਾਂ ਇਹਨਾਂ ਦੇ ਜਿਹੜੇ ਡਰਾਈਵਰ ਅਗੇ ਅਸੀਂ ਇਹਨਾਂ ਨੂੰ ਆਪਰੇਟ ਕਰਾਂਗੇ। ਲੇਕਿਨ ਆਉਣੇ ਵਾਲੇ ਦੌਰ ਵਿੱਚ ਦੇਖੋ ਸ਼ਾਰਟੇਜ 1 ਲੱਖ ਡਰਾਈਵਰਾਂ ਦੀ ਹੈਗੀ ਆ, ਕੋਈ 5000 ਨਾਲ ਸ਼ਾਰਟੇਜ ਪੂਰੀ ਨਹੀਂ ਹੋਗੀ, 300 ਡਰਾਈਵਰਾਂ ਨਾਲ ਸ਼ਾਰਟੇਜ ਪੂਰੀ ਨਹੀਂ ਹੋਗੀ। ਮੰਨਾ ਕਿ ਆਰਮੀ ਦੇ ਬੰਦੇ ਵੀ ਆ ਕੇ ਸਪੋਰਟ ਕਰ ਰਹੇ, ਸਾਰਾ ਕੁਝ ਕਰ ਰਹਾ, ਲੇਕਿਨ ਥੀਸ ਆਰ ਟੈਂਪਰੇਰੀ ਮੈਜਰਸ, ਇਹ ਸਿਰਫ
ਸਿਰਫ ਟੈਂਪਰੇਰੀ ਇਕਦਾਮ ਹੈਗਾ, ਇਹ ਪਰਮਨੈਂਟ ਸੋਲੂਸ਼ਨ ਨਹੀਂ ਹੈਗਾ। ਠੀਕ ਹੈ, ਪਰਮਨੈਂਟ ਸੋਲੂਸ਼ਨ ਨਹੀਂ ਹੈਗਾ। ਇਹ ਤੇ ਇੱਕ ਸਿਰਫ ਕ੍ਰਿਸਮਸ ਤੱਕ ਹੈਗੀ ਆ। ਕ੍ਰਿਸਮਸ ਤੋਂ ਬਾਅਦ ਵੀ ਲੋਕਾਂ ਨੂੰ ਫਿਊਲ ਨਹੀਂ ਚਾਹੀਦਾ ਹੋਊਗਾ, ਕ੍ਰਿਸਮਸ ਤੋਂ ਬਾਅਦ ਲੋਕਾਂ ਨੂੰ ਫੂਡ ਨਹੀਂ ਚਾਹੀਦੀ ਹੋਊਗੀ, ਓਬਵੀਅਸਲੀ ਚਾਹੀਦੀ ਹੋਊਗੀ। ਕ੍ਰਿਸਮਸ ਤੋਂ ਬਾਅਦ ਵੀ ਬ੍ਰੈਕਸਿਟ ਵਾਲੇ ਹੋਰ ਇਹਨਾਂ ਨੂੰ ਸਤੇਲੀ ਮਾਂ ਦੀ ਤਰ੍ਹਾਂ ਡੀਲ ਕਰਨਗੇ ਯੂਰਪੀਅਨ। ਦੇਖੋ ਯੂਕੇ ਜਿਹੜਾ ਹੈਗਾ ਨਾ, ਇਟਸ ਨਾਟ ਯੂਰਪ ਡਾਰਲਿੰਗ ਔਰ ਇਟਸ ਨਾਟ ਯੂਰਪ ਫੇਵਰਿਟ ਚਾਈਲਡ। ਬਿਲਕੁਲ ਯੂਕੇ ਜਿਹੜਾ ਹੈਗਾ ਯੂਰਪ ਦਾ ਕੋਈ ਸਗਾ ਨਹੀਂ ਹੈਗਾ ਐਨੀ ਮੋਰ। ਠੀਕ ਹੈ, ਬਿਕੋਜ਼ ਇੰਗਲੈਂਡ ਵਾਲੇ ਨੇ ਯੂਕੇ ਵਾਲੇ ਨੂੰ ਦੇ ਸਲੈਪ ਅਕ੍ਰੋਸ ਦਾ ਫੇਸ, ਉਹਨਾਂ ਨੂੰ ਬਾਹਰ ਕੱਢਿਆ ਤਾਂ ਹੀ ਤੇ ਇੱਕਦਮ ਸ਼ਾਰਟੇਜ ਆ ਗਈ। ਫਿਰ ਓਬਵੀਅਸਲੀ ਕੋਵਿਡ ਵੀ ਆ ਗਈ। ਠੀਕ ਆ, ਤੇ ਕਹਿਣ ਦਾ ਮਤਲਬ ਹੈਗਾ ਕਿ ਅਗਰ ਆਪਣੇ ਦੇਸ਼ਾਂ ਤੋਂ ਅਗਰ ਡਰਾਈਵਰ ਆਉਣਾ ਚਾਹੁੰਦੇ ਨੇ ਤੇ ਆਪਣੇ ਲਾਇਸੈਂਸ HGV ਕਰ ਲਵਣ। ਅਗਰ ਇਸ ਇੰਡਸਟਰੀ 'ਚ ਆਉਣਾ ਚਾਹੁੰਦੇ ਜਾਂ ਇਹ ਵੀ ਕਰਨ ਨਾਲ ਅੰਗਰੇਜ਼ੀ ਦੀ ਸਕਿੱਲ ਵੀ ਬਿਹਤਰ ਕਰਨ, ਕਿਉਂਕਿ 4 ਬੈਂਡ ਇਹਦਾ ਚਾਹੀਦਾ ਹੋਊਗਾ। ਫਿਲਹਾਲ ਜਿਹੜਾ ਡਰਾਈਵਰ ਦਾ ਆਕੂਪੇਸ਼ਨ ਹੈਗਾ ਉਹ ਹੋਮ ਆਫਿਸ ਦੇ ਲਿਸਟ ਹੈਗਾ, ਐਸ ਸੱਚ ਨਹੀਂ ਹੈਗਾ। ਇਹਨੂੰ ਸਕਿੱਲ ਮੰਨਦੇ ਹੀ ਨਹੀਂ ਹਨ। ਠੀਕ ਜੀ, ਜਿਹੜਾ ਡਰਾਈਵਰ ਲੋਰੀ ਚਲਾਉਣਾ ਇਹਨੂੰ ਸਕਿੱਲ ਹੀ ਨਹੀਂ ਮੰਨਦੇ। ਤੁਸੀਂ ਇਹਨੂੰ ਕਹਿੰਦੇ SOC ਕੋਡਸ। ਜਦੋਂ ਆਪਾਂ ਵਰਕ ਪਰਮਿਟ ਦਿੰਦੇ ਆ, ਜਿਹੜੀ ਜੌਬ ਦੀ ਡਿਸਕ੍ਰਿਪਸ਼ਨ ਆ ਉਹ ਕੋਡ ਦੇ ਅੰਦਰ ਆਉਂਦੀ ਆ। ਠੀਕ ਆ, ਅਗਰ ਇਹ ਤੁਸੀਂ ਕੋਡ ਪਾਓ। ਅੱਛਾ, ਇਹਨਾਂ ਹੁਣ ਇਹ ਬਤਾ ਦਿਓ, ਇਹਨਾਂ ਨੇ ਕੋਡ ਦਿੱਤਾ ਹੈਗਾ ਜਿਹੜੇ 4 ਕੰਪਨੀਆਂ ਆਪਰੇਟ ਕਰ ਰਹੀਆਂ ਲਾਇਸੈਂਸ, ਇਹਨਾਂ ਨੇ ਕੋਡ ਦਿੱਤਾ ਹੈਗਾ ਕਿ ਡਰਾਈਵਰ ਵਾਸਤੇ ਇਹ ਕੋਡ ਹੈਗਾ। ਇਹ ਕੋਡ ਵੀ ਮੈਂ ਲਿਖਿਆ ਆਂਦਾ। ਠੀਕ ਹੈ ਜੀ, ਇਹ ਮੈਂ ਤੁਹਾਨੂੰ ਦੱਸ ਦਿੰਦਾ। ਕੋਡ ਦਾ ਹੈਗਾ A211। ਠੀਕ ਹੈ ਜੀ, ਅਗਰ ਇਹ ਕੋਈ ਆਮ ਬੰਦਾ ਜਿਸ ਕੋਲ ਲਾਇਸੈਂਸ ਹੈਗਾ, ਅਗਰ ਇਹ ਕੋਡ ਪਾਉ ਇਸ ਦੇ ਅੰਦਰ ਤਾਂ ਲਾਇਸੈਂਸ ਤੇ ਇਹ ਜੌਬ ਕ੍ਰੀਏਟ ਨਹੀਂ ਹੋ ਸਕਦੀ। ਕਹਿੰਦੇ ਇਹ ਜਿਹੜਾ ਡਰਾਈਵਰ ਦਾ ਪ੍ਰੋਫੈਸ਼ਨ ਹੈਗਾ ਇਹ ਸਕਿੱਲ ਵਰਕਰ ਨਹੀਂ ਆਉਂਦਾ। ਠੀਕ ਹੈ, ਬੇਸਿਕਲੀ ਜਿਹੜਾ ਇਹ ਵੀਜ਼ਾ ਇਸ਼ੂ ਕੀਤਾ ਜਾਣਾ ਇਹ ਸਪੈਸ਼ਲ ਕਹਿ ਸਕਦੇ ਕਿ ਸਪੈਸ਼ਲ ਵੀਜ਼ਾ ਸਕੀਮ ਹੈ ਉਹਦੇ ਅੰਡਰ ਆਉਂਦਾ। ਹਾਂਜੀ, ਇਹ ਜਿਹੜਾ ਕਿਸੇ ਰੈਗੂਲਰ ਸਕੀਮ ਦੇ ਵਿੱਚ ਨਹੀਂ ਆਊਗਾ। ਰੈਗੂਲਰ ਸਕੀਮ ਨਹੀਂ ਆਉਂਦਾ। ਰੈਗੂਲਰ ਦਾ ਆਊਗਾ। ਆਈ ਪਰਸਨਲੀ ਥਿੰਕ ਆਊਗਾ, ਬਹੁਤ ਜਲਦ ਆਊਗਾ, ਕ੍ਰਿਸਮਸ ਤੋਂ ਬਾਅਦ ਸ਼ਾਇਦ ਆਊਗਾ। ਹਾਂਜੀ, ਬਿਲਕੁਲ। ਸਵਾਲ ਇੱਕ ਮੇਰੇ ਕੋਲ ਹੋਰ ਆਇਆ ਸੀ ਜੀ, ਕਿਸੇ ਦੇ ਡਰਾਈਵਰ ਤੋਂ ਹੀ ਆਇਆ ਸੀ, ਦੁਬਈ ਤੋਂ ਸੀ ਡਰਾਈਵਰ, ਤੇ ਉਹਨਾਂ ਦਾ ਸਵਾਲ ਸੀ ਉਹ ਤੁਸੀਂ ਕਲੀਅਰ ਕਰ ਹੀ ਦਿੱਤਾ ਜੀ। ਤੇ ਨਾਲ ਉਹਨੇ ਇਹ ਚੀਜ਼ ਵੀ ਪੁੱਛੀ ਸੀ ਵੀ ਇੰਗਲਿਸ਼ ਟੈਸਟ ਦੀ ਵੀ ਕੋਈ ਲੋੜ ਪਊਗੀ ਜਦੋਂ ਕੋਈ ਸਕੀਮ ਆਊਗੀ, ਉਹ ਵੀ ਤੁਸੀਂ ਕਰ ਦਿੱਤਾ। ਸਕੀਮ ਹੋਊਗੀ ਤੇ ਮੋਸਟ ਲਾਈਕਲੀ ਇੰਗਲਿਸ਼ ਦਾ ਆਇਲਟਸ 'ਚ 4 ਬੈਂਡ ਚਾਹੀਦਾ ਹੋਊਗਾ। 4 ਬੈਂਡ। ਵੈਸੇ ਤਾਂ ਟੋਟਲ 9 ਬੈਂਡ ਹੁੰਦੇ। ਵਲ ਇਸ ਪੂਰੀ ਸਕੀਮ ਦਾ ਨਾਮ ਹੈ SELT, ਜਿਹੜਾ ਅੰਗਰੇਜ਼ੀ ਦੇ ਮੁਖਤਲਿਫ ਟੈਸਟ ਹੁੰਦੇ। ਅਗਰ ਆਇਲਟਸ ਉਸੇ ਚੋਂ ਇੱਕ ਟੈਸਟ ਹੋਗਾ ਆਇਲਟਸ, ਅਗਰ ਆਇਲਟਸ ਕਰਨਾ ਤਾਂ ਉਸੇ ਚੋਂ 4 ਬੈਂਡ ਚਾਹੀਦਾ ਹੈਗਾ, ਕਿਉਂਕਿ ਇਤਨਾ ਮੁਸ਼ਕਿਲ ਨਹੀਂ ਹੋਗਾ। ਆਈ ਥਿੰਕ ਕੋਈ ਵੀ ਬੰਦਾ ਥੋੜੀ ਜੀ ਪ੍ਰੈਕਟਿਸ ਨਾਲ ਇੱਕ ਕਰ ਲੈਂਦਾ। ਦੇਖੋ ਜੀ, ਤੁਸੀਂ ਹੁਣ ਇੱਥੇ ਆ ਰਹੇ ਹੋ, ਅਗਰ ਤੁਸੀਂ ਡਰਾਈਵਰ ਵੀਜ਼ੇ ਤੇ ਆਉਂਦੇ ਹੋ, ਪੱਕੇ ਹੋਣੇ ਸੇ ਆ ਰਹੇ ਹੋ, ਕਿਉਂਕਿ ਤੁਸੀਂ ਆ ਜਾਓਗੇ ਇੱਕ ਦਫਾ ਵਰਕ ਪਰਮਿਟ ਤੇ, ਤੁਸੀਂ ਪੱਕੇ ਹੋ ਜਾਣਾ, ਤੁਸੀਂ ਫੈਮਿਲੀ ਵੀ ਆਣ ਸਕਦੇ ਹੋ, ਬੱਚੇ ਵੀ ਆਣ ਸਕਦੇ ਹੋ, ਤੇ ਤੁਸੀਂ ਪੱਕੇ ਹੋਣਾ ਤੇ ਇੰਗਲਿਸ਼ 4 ਬੈਂਡ ਕਰਨਾ ਕੋਈ ਮੁਸ਼ਕਿਲ ਹੈਗਾ? ਮੁਸ਼ਕਿਲ, ਹਾਂਜੀ ਬਿਲਕੁਲ ਜੀ। ਹਾਂਜੀ, ਇਹ ਅਗਲਾ ਸਵਾਲ ਇਹਦੇ ਨਾਲ ਹੀ ਜੁੜਿਆ ਸੀ, ਪਰ ਤੁਸੀਂ ਆਪੇ ਜਵਾਬ ਦੇ ਦਿੱਤਾ। ਇਹ ਦੱਸਦਾ ਸੀ ਕਿ ਉਹਦੇ ਨਾਲ ਕੋਈ ਸਪੋਜ਼ ਵੀ ਆ ਸਕਦਾ, ਸਪੋਜ਼ ਵੀਜ਼ੇ ਤੇ ਵੀ ਆ ਸਕਦਾ, ਬੱਚੇ ਆ, ਡਿਪੈਂਡੈਂਟ ਆ। ਜਿਹੜਾ ਸਕਿੱਲ ਵਰਕਰ ਵੀਜ਼ਾ ਹੋਊਗਾ, ਹਾਂਜੀ, ਜਾਂ ਜਿਹੜਾ ਸਕਿੱਲ ਵਰਕਰ ਵੀਜ਼ਾ ਹੁੰਦਾ ਜਿਹਨੂੰ Tier 2 ਵੀਜ਼ਾ ਕਹਿੰਦੇ ਨੇ, ਹਾਂਜੀ, ਉਸੇ ਤੁਸਾਂ ਦੀ ਵਾਈਫ, ਠੀਕ ਹੈ ਜੀ, ਜਿਹਨੂੰ ਸਪਾਊਸ, ਹਾਂਜੀ, ਤੁਸਾਂ ਦੀ ਜਾਂ ਜਿਹੜਾ ਹਸਬੈਂਡ ਵਾਈਫ ਜੋ ਵੀ ਹੈਗਾ ਸਪਾਊਸ, ਹਾਂਜੀ, ਬੱਚੇ 18 ਸਾਲ ਤੋਂ ਥੱਲੇ ਉਹ ਵੀ ਆ ਸਕਦੇ ਨੇ। ਠੀਕ ਹੈ, ਠੀਕ ਹੈ ਜੀ। ਔਰ 2.5 ਸਾਲ ਦਾ ਪਲੱਸ 2.5 ਸਾਲ ਦਾ ਵੀਜ਼ਾ ਹੁੰਦਾ, 5 ਸਾਲਾਂ ਬਾਅਦ ਤੁਸੀਂ ਪੱਕੇ ਹੋ ਜਾਂਦੇ ਹੋ। ਠੀਕ ਹੈ, ਠੀਕ ਹੈ ਜੀ। ਪਰ ਐਟ ਦਾ ਮੋਮੈਂਟ ਡਰਾਈਵਰ ਹਜੇ ਉਹਦੇ ਵਿੱਚ ਨਹੀਂ ਗਏ। ਸ਼ਾਬਾਸ਼, ਵੈਰੀ ਗੁੱਡ। ਐਟ ਦਾ ਮੋਮੈਂਟ ਡਰਾਈਵਰ ਉਸ ਸਕੀਮ ਦੇ ਅੰਦਰ ਜਾਂ ਡਰਾਈਵਰੀ ਦਾ ਜਿਹੜਾ ਪੇਸ਼ਾ ਹੈਗਾ ਉਹ ਕੋਡ ਉਹਨਾਂ ਇਸੇ ਦੇ ਅੰਦਰ ਨਹੀਂ ਪਾਇਆ, ਉਹ ਸਿਰਫ ਸੀਜ਼ਨਲ ਵਰਕਰ ਦੇ ਅੰਦਰ ਪਾਇਆ। ਔਰ ਉਹ ਸੀਜ਼ਨਲ ਵਰਕਰ ਸਿਰਫ ਇਹ 4 ਕੰਪਨੀਆਂ ਦੇ ਰਹੀਆਂ, ਜਿਹਦਾ ਮੈਂ ਨਾਂ ਲਿੱਤਾ, AG ਰਿਕਰੂਟਮੈਂਟ, ਕੌਨਕੋਰਡੀਆ, ਫਰੂਟਫੁਲ ਜੌਬਸ ਜਾਂ ਪ੍ਰੋ ਫੋਰਸ। ਠੀਕ ਹੈ ਜੀ। ਇਹ 4 ਕੰਪਨੀਆਂ ਆਪਰੇਟ ਕਰ ਰਹੀਆਂ। ਗਵਰਨਮੈਂਟ ਨੂੰ ਇਸ ਪਾਇਲਟ ਸਕੀਮ ਦੇ ਤਹਿਤ ਇਹਨਾਂ ਨੂੰ ਅਥਾਰਟੀ ਦਿੱਤੀ ਕਿ ਫਿਰ ਤੁਸੀਂ ਇਹ ਸ਼ਾਰਟੇਜ 5000 ਦੀ ਪੂਰੀ ਕਰੋ। ਹਾਂਜੀ, ਬੇਸਿਕਲੀ ਜਿਹੜਾ ਬਾਹਰੋਂ ਜਿਹੜੇ ਯੂਰਪੀਅਨ ਚੋਂ ਜਾਂ ਹੋਰ ਕੰਟਰੀਆਂ ਚੋਂ ਨੌਨ ਵੀਜ਼ਾ ਕੰਟਰੀਆਂ ਚੋਂ ਆਉਣਾ ਚਾਹੁੰਦੇ, ਹਾਂਜੀ, ਜਾਂ ਇਹ 4 ਕੰਪਨੀਆਂ ਯੂਰਪ ਤੋਂ ਚੱਕਣਗੇ ਬੰਦੇ, ਪਹਿਲੇ ਡਰਾਈਵਰ ਹੋਵੇ, HGV, ਪਹਿਲੇ ਪੋਲਟਰੀ ਵਰਕਰ ਹੋਵੇ, ਪਹਿਲੇ ਫਾਰਮਾਂ ਤੇ ਜੌਬ ਕਰਨੀ ਹੋਵੇ, ਜਾਂ ਇਸ ਤਰ੍ਹਾਂ ਦੀ ਜਿਹੜੀਆਂ ਪ੍ਰੋਫੈਸ਼ਨ ਹੈਗੇ ਇਹ ਇੱਥੋਂ ਚੱਕਣਗੀਆਂ। ਇਹਦੇ ਵਿੱਚ ਆ ਗਿਆ, ਚਲੋ ਜੀ, ਜਿਹੜਾ ਡਰਾਈਵਰ ਸੀ ਉਹਦੇ ਵਿੱਚ ਤਾਂ ਜੋ ਪਹਿਲੀ ਕੰਡੀਸ਼ਨ ਤਾਂ ਇਹ ਹੈ ਕਿ ਵੀ ਤੁਹਾਡੀ ਜਿਹਦੇ ਕੋਲ HGV ਲਾਇਸੈਂਸ ਹੈ ਉਹਨੂੰ ਚੱਕਣਗੇ। ਦੂਸਰਾ ਜਿਹੜਾ ਜੀ 5500 ਪੋਲਟਰੀ ਵਰਕਰ ਚਾਹੀਦਾ। ਹਾਂਜੀ, ਉਹਦੇ ਵਿੱਚ ਫਿਰ ਕੀ ਉਹਨੀ ਕੰਡੀਸ਼ਨ ਰੱਖੀ ਵੀ ਕੀ ਐਕਸਪੀਰੀਅੰਸ ਹੋਣਾ ਚਾਹੀਦਾ ਪੋਲਟਰੀ ਉਸ ਇਹ ਕੰਮ ਦੇ ਵਿੱਚ? ਇਹ ਦੇਖੋ, ਗਵਰਨਮੈਂਟ ਨੇ ਵੀ ਆਪਣੇ ਮਗਰੋਂ ਜ਼ਿੰਮੇਵਾਰੀ ਲਾ ਦਿੱਤੀ। ਗਵਰਨਮੈਂਟ ਨੇ ਇਹਨਾਂ ਕੰਪਨੀਆਂ ਦੇ ਹਵਾਲੇ ਕਰ ਦਿੱਤਾ। ਠੀਕ ਹੈ ਜੀ, ਕਿ ਇਹ ਕੰਪਨੀਆਂ ਜਿਹੜਾ ਕੋਈ ਬੰਦਾ ਚੱਕਣਗੇ ਉਹ ਠੀਕ ਹੀ ਹੋਊਗਾ। ਨੋਰਮਲੀ ਮੈਂ ਦੱਸ ਦਿੰਦਾ ਕੀ ਚਾਹੀਦਾ। ਜਿਹੜਾ ਸੀਜ਼ਨਲ ਵਰਕਰ ਹੁੰਦਾ ਉਸ ਵਿੱਚ ਅੰਗਰੇਜ਼ੀ ਕੋਈ ਨਹੀਂ ਚਾਹੀਦੀ ਹੁੰਦੀ। ਠੀਕ ਹੈ ਜੀ। ਸੀਜ਼ਨਲ ਵਰਕਰ ਦੀ ਫੀਸ ਬੜੀ ਘੱਟ ਹੁੰਦੀ ਆ। ਠੀਕ ਹੈ, ਠੀਕ ਆ। ਅਗਰ ਯੂਰਪੀਅਨ ਕੰਟਰੀਆਂ ਤੋਂ ਫੀਸ ਉਹਦੀ 55 ਪਾਉਂਡ ਲੱਗੀ ਆ। ਠੀਕ ਹੈ ਜੀ। ਸੀਜ਼ਨਲ ਵਰਕਰ ਹੀ ਨਾਰਮਲੀ ਡਿਪੈਂਡੈਂਟ ਨਹੀਂ ਆ ਸਕਦਾ, ਕਿਉਂਕਿ ਇਹ ਸ਼ਾਰਟ ਟਰਮ ਵੀਜ਼ਾ ਹੁੰਦਾ। ਠੀਕ ਆ। ਲੇਕਿਨ ਸੀਜ਼ਨਲ ਵਰਕਰ ਜਿਹੜਾ ਹੁੰਦਾ
ਨਾਰਮਲੀ 6 ਮਹੀਨੇ ਤੋਂ ਲੈ ਕੇ 2 ਸਾਲ ਤੱਕ ਵੈਲਿਡ ਹੋ ਸਕਦਾ। ਠੀਕ ਹੈ ਜੀ। ਇਹ ਸਟਾਰਟ ਡਿਪੈਂਡ ਕਰਦਾ ਕਿਸ ਕੈਟਾਗਰੀ ਦੇ ਅੰਦਰ ਹੈ, ਕਿਉਂਕਿ ਸੀਜ਼ਨਲ ਵਰਕਰ ਵਿੱਚ 2-3 ਹੋਰ ਵੀ ਕੈਟਾਗਰੀਆਂ ਆ ਗਈਆਂ, ਲੇਕਿਨ ਗਵਰਨਮੈਂਟ ਨੇ ਜਿਹੜੀ ਆਖੀਆਂ 5,500 ਪੋਲਟਰੀ ਔਰ 5,000 ਡਰਾਈਵਰ, ਠੀਕ ਆ, ਇਹ ਇਸ ਵਿੱਚ ਬੜੀ ਆਸਾਨੀ ਹੈਗੀ ਆ। ਨਾਰਮਲੀ ਇਸ ਮੈਂ ਦੱਸੂੰ ਕਿਹੜੇ ਲੋਕੀ ਆਉਣਗੇ ਕੰਟਰੀ ਜ਼ਿਆਦਾ ਜਿਹੜੇ ਆਉਣਾ ਚਾਹੁੰਦੇ, ਰੋਮੇਨੀਅਨ, ਬਲਗੇਰੀਅਨ, ਪੋਲਿਸ਼, ਈਸਟ ਯੂਰਪੀਅਨ ਕੰਟਰੀ ਨੋਰਮਲੀ ਉਹ ਨਸਤੇ ਆਉਂਦੇ। ਠੀਕ ਆ। ਇੱਕ ਹੋਰ ਵਜ੍ਹਾ ਵੀ ਮੈਂ ਦੱਸ ਦੂੰ, ਬੋਰਿਸ ਜੌਨਸਨ ਨੇ ਵੀ ਆਖਿਆ ਜਾਂ ਹੋਰ ਨੇ ਵੀ ਆਖਿਆ, ਬੋਰਿਸ ਜੌਨਸਨ ਕਹਿੰਦਾ ਸਾਨੂੰ ਚੀਪ ਲੇਬਰ ਚਾਹੀਦੀ ਆ। ਬ੍ਰਿਟਿਸ਼ ਜਿਹੜੇ ਡਰਾਈਵਰ ਅੱਗੇ ਦੇ ਪ੍ਰੋਬਬਲੀ ਕਾਸਟ ਮੋਰ, ਉਹਨਾਂ ਨੂੰ ਜ਼ਿਆਦਾ ਹਾਈ ਵੇਜਿਸ ਚਾਹੀਦੀਆਂ। ਜਿਤਨੇ ਵੀ ਟਰਾਂਸਪੋਰਟਾਂ ਦੀ ਫਰਮ ਹੈਗੀਆਂ ਇਹਨਾਂ ਨੇ ਚੀਪ ਡਰਾਈਵਰ ਰੱਖ ਤੇ ਲਏ, ਠੀਕ ਆ। ਜੋ ਹੀ ਬ੍ਰੈਕਸਿਟ ਹੋਇਆ ਉਹ ਚੀਪ ਡਰਾਈਵਰ ਯੂਰਪੀਅਨ ਸਨ, ਉਹ ਨੱਠ ਕੇ ਵਾਪਸ। ਜਿਹੜੇ ਬ੍ਰਿਟਿਸ਼ ਆਦਮੀ ਕਹਿੰਦੇ ਅਸੀਂ ਨਹੀਂ ਕਰਨਾ ਕਿਉਂਕਿ ਅਸੀਂ ਇਸ ਤਨਖਾਹ ਤੇ ਕੰਮ ਨਹੀਂ ਕਰਾਂਗੇ, ਅਸੀਂ ਇਸ ਤਨਖਾਹ ਤੇ ਕੰਮ ਨਹੀਂ ਕਰਾਂਗੇ। ਇਹ ਸਭ ਤੋਂ ਵੱਡਾ ਜਿਹੜਾ ਕ੍ਰਾਈਸਿਸ ਕਾਰਨ ਇਹ ਹੈਗਾ, ਸ਼ਾਰਟੇਜ ਡਰਾਈਵਰਾਂ ਦੀ ਨਹੀਂ ਹੈਗੀ ਆ, ਸ਼ਾਰਟੇਜ ਡਰਾਈਵਰਾਂ ਦੀ ਤਨਖਾਹ ਦੀ ਮਸਲਾ ਹੈਗਾ। ਠੀਕ ਹੈ ਨਾ। ਇਹ ਜੇ ਤਨਖਾਹ ਦੇ ਮਸਲੇ ਤੋਂ ਗੱਲ ਹੋਈ, ਜੇ ਹੁਣ ਜਿੱਦਾਂ ਚਲੋ ਜੇ ਆਪਾਂ ਇੱਥੇ ਰੈਗੂਲਰ ਆ, ਮੰਨ ਲਓ ਮੈਂ ਟਰੱਕ ਚਲਾ ਰਿਹਾ ਨਾ, ਮੈਂ ਤਾਂ ਆਪਣਾ ਟੈਕਸ ਪੂਰਾ ਦੇ ਰਿਹਾ, ਜਿਹੜਾ ਇਨਕਮ ਟੈਕਸ ਪੂਰਾ ਦੇ ਰਿਹਾ ਨਾ। ਹੁਣ ਟੈਕਸ ਜੀਅਰ ਇੱਥੇ ਜਿਹੜਾ ਉਹ ਅਪ੍ਰੈਲ ਤੋਂ ਅਪ੍ਰੈਲ ਹੋ ਗਿਆ, ਐਵਰੀ ਈਅਰ ਅਪ੍ਰੈਲ ਤੋਂ ਅਪ੍ਰੈਲ ਟੈਕਸ ਜੀਅਰ ਹੈ ਨਾ, ਜਿਹੜਾ ਸੈਲਫ ਇੰਪਲੋਇਡ ਹੈ ਉਹਦੇ ਲਈ ਵੀ ਤੇ ਕੰਮ ਵਾਲੇ ਲਈ ਵੀ। ਹੁਣ ਜਿਹੜਾ ਟੈਂਪਰੇਰੀ ਵਰਕਰ ਆਊਗਾ, ਹੁਣ ਯੂਰਪ ਤੋਂ ਆ ਗਿਆ, ਮੰਨ ਲਓ 15 ਤਰੀਕ ਤੱਕ ਆ, 15 ਅਕਤੂਬਰ ਤੱਕ ਆ, ਕੱਲ੍ਹ ਨੂੰ ਡਰਾਈਵਰ ਆ ਜਾਂਦਾ, ਸੰਡੇ ਆ ਜਾਂਦਾ, ਮੰਡੇ ਉਹ ਕੰਮ ਤੇ ਚਲ ਗਿਆ, ਮਾਰਚ ਤੱਕ ਉਹਦੇ ਕੋਲ ਵੀਜ਼ਾ, ਮਾਰਚ ਤੱਕ ਕੰਮ ਕਰਕੇ ਚਲ ਗਿਆ, ਉਹ ਤਾਂ ਫਿਰ ਟੈਕਸ ਕਿਸੇ ਟੈਕਸ ਕੋਡ ਦੇ ਵਿੱਚ ਆਇਆ ਹੀ ਨਹੀਂ ਨਾ। ਨਹੀਂ ਭਾਜੀ, ਉਹ ਜਿਹੜਾ ਬੰਦਾ ਆਊਗਾ ਨਾ ਉਹ ਐਜ਼ ਅ ਇੰਪਲੋਈ ਆਏਗਾ। ਤੁਸੀਂ ਗੱਲ ਕਹਿ ਰਹੇ ਹੋ ਸੈਲਫ ਇੰਪਲੋਇਡ ਦੀ ਗੱਲ ਕਰ ਰਹੇ ਹੋ, ਜਿਹੜਾ ਇੰਪਲੋਈ ਹੋਊਗਾ ਉਹਦਾ ਟੈਕਸ ਉਸ ਇੰਪਲੋਇਰ ਨੇ ਦੇਣਾ, ਉਹਨੇ ਖੁਦ ਕੁਝ ਨਹੀਂ ਦੇਣਾ। ਉਹ ਜਿਹੜੀ ਐਨਆਈ ਕੰਟਰੀਬਿਊਸ਼ਨ ਦੀ ਗੱਲ ਕਰ ਰਹੇ ਹੋ, ਉਹ ਉਹਦੇ ਇੰਪਲੋਇਰ ਨੇ ਭਰਨਾ, ਉਹਨੇ ਖੁਦ ਤਾਂ ਕੁਝ ਨਹੀਂ ਭਰਨਾ। ਠੀਕ ਹੈ ਠੀਕ ਆ, ਉਹਨੇ ਕੁਝ ਨਹੀਂ ਭਰਨਾ। ਹਾਂਜੀ ਤੇ ਬਿਲਕੁਲ ਜੀ। ਤੇ ਇਹ ਤਾਂ ਜਿਹੜਾ ਡਰਾਈਵਰ ਕੈਟਾਗਰੀ ਤੇ ਤੁਸੀਂ ਕਲੀਅਰ ਕਰ ਦਿੱਤਾ ਤੇ ਕਾਫੀ ਜਿਹੜੀ ਨੌਲੇਜ ਆ ਉਹ ਦਰਸ਼ਕਾਂ ਨਾਲ ਸਾਂਝੀ ਹੋ ਚੁੱਕੀ ਆ। ਤੇ ਇਹਦੇ ਨਾਲ ਜਿਹੜੇ ਵੀ ਹੁਣ ਕੰਟਰੀਆਂ ਵੀ ਤੁਸੀਂ ਦੱਸ ਦਿੱਤੀਆਂ, ਹਜੇ ਵੀ ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਦੁਬਈ, ਸਾਊਦੀ ਅਰਬ, ਇਹਨਾਂ ਲਈ ਹਜੇ ਕੋਈ ਪਾਲਿਸੀ ਹੈ ਨਹੀਂ ਫਿਲਹਾਲ। ਉਹਨਾਂ ਕੰਟਰੀਆਂ ਵਾਸਤੇ ਗਵਰਨਮੈਂਟ ਨੇ ਕੋਈ ਖਾਸ ਵੀਜ਼ਾ ਸਕੀਮ ਅਨਾਉਂਸ ਨਹੀਂ ਕੀਤੀ। ਇਹ ਮੈਂ ਇਸ ਵਾਸਤੇ ਵੀ ਜ਼ੋਰ ਦੇ ਕੇ ਕਹੂੰਗਾ ਕਿ ਕਹਿਣਾ ਤਾਂ ਨਹੀਂ ਚਾਹੀਦਾ, ਲੇਕਿਨ ਕਹੂੰਗਾ ਕਿਉਂਕਿ ਬਹੁਤ ਸਾਰੇ ਲੋਕੀ ਏਜੰਟਾਂ ਨੂੰ ਜਾਂ ਇਸ ਤਰ੍ਹਾਂ ਦੇ ਗਲਤ ਬੰਦਿਆਂ ਨੂੰ ਪੈਸੇ ਦੇ ਰਹੇ ਨੇ, ਉਹ ਜੇ ਲਓ ਜੀ ਪੈਸੇ ਯੂਕੇ ਦੇ ਡਰਾਈਵਰ ਵੀਜ਼ਾ ਆ ਗਏ। ਬਿਲਕੁਲ ਜੀ। ਇਸ ਤਰ੍ਹਾਂ ਦੀ ਕੋਈ ਚੀਜ਼ ਐਗਜ਼ਿਸਟ ਨਹੀਂ ਕਰਦੀ। ਸੋਸ਼ਲ ਮੀਡੀਆ ਜਾਂ ਟਿਕਟੌਕ ਵਗੈਰਾ ਆ, ਉਹ ਭਰੇ ਪਏ ਇਸ ਚੀਜ਼ ਦੇ ਵਿੱਚ। ਮੈਂ ਆਪਣੇ ਇਹਨਾਂ ਭੈਣ ਭਾਈਆਂ ਨੂੰ ਕਹੂੰਗਾ ਆਪਣੇ ਪੈਸੇ ਜ਼ਾਇਆ ਨਾ ਕਰਨਾ, ਆਪਣੀ ਜਾਬਾਂ ਨਾ ਛੱਡਿਓ। ਇੱਕ ਦੋ ਬੰਦਿਆਂ ਨੇ ਮਨ ਸਾਊਦੀ ਤੋਂ, ਦੁਬਈ ਤੋਂ ਫੋਨ ਕੀਤਾ, ਅਸੀਂ ਆਪਣੇ ਦੇਸ਼ਾਂ 'ਚ ਵਾਪਸ ਜਾ ਰਹੇ ਹਾਂ, ਤੁਸੀਂ ਸਾਡਾ ਉੱਥੋਂ ਵੀਜ਼ਾ ਅਪਲਾਈ ਕਰ ਦਿਓ। ਅਸੀਂ ਤਾਂ ਚਲੋ ਭਾਜੀ ਟੀਵੀ ਤੇ ਆਉਂਦੇ ਹਾਂ, ਥੋੜੀ ਜਿਹੀ ਖਿਆਲ ਕਰਦੇ ਹਾਂ ਕਿ ਅਸੀਂ ਦੁਬਾਰਾ ਮੂੰਹ ਦੇਣਾ। ਬਹੁਤ ਸਾਰੇ ਲੋਕੀ ਗਲਤ ਇਹਦਾ ਫਾਇਦਾ ਵੀ ਚੱਕਣਗੇ। ਇਹਨਾਂ ਭੈਣ ਭਾਈਆਂ ਨੂੰ ਕਹੂੰਗਾ ਫਿਲਹਾਲ ਪੈਸੇ ਜ਼ਾਇਆ ਨਾ ਕਰਨਾ। ਯੈਸ, ਪੋਸੀਬਿਲਿਟੀ ਚੰਗੀ ਹੈਗੀ ਆ। ਅੱਜ ਤੱਕ ਦੀ ਡੇਟ ਵਿੱਚ ਇਹਨਾਂ ਦੇਸ਼ਾਂ ਵਾਸਤੇ ਜਾਂ ਇਹਨਾਂ ਕੰਟਰੀਆਂ ਵਾਸਤੇ ਕੋਈ ਸਪੈਸ਼ਲ ਡਰਾਈਵਰ ਵੀਜ਼ਾ ਸਕੀਮ ਨਹੀਂ ਹੈਗੀ ਆ। ਇਹ ਕੰਨ ਖੋਲ ਕੇ ਆਖਣਾ, ਮੇਰੀਆਂ ਗੱਲਾਂ ਤੇ ਮੇਰੇ ਤੇ ਨਾ ਯਕੀਨ ਕਰੋ। ਤੁਸੀਂ gov.uk ਤੇ ਜਾ ਕੇ ਵੀ ਪੜ੍ਹ ਸਕਦੇ ਹੋ, ਜਾਂ ਕਿਸੇ ਵੀ ਜਿਹੜਾ ਰੈਗੂਲੇਟਡ ਬੰਦਾ ਹੈਗਾ, ਜਿਹੜਾ ਯੂਕੇ ਦਾ ਜਿਹੜਾ ਬ੍ਰਿਟਿਸ਼ ਵਕੀਲ ਹੋਗਾ, ਉਸ ਕੋ ਪੁੱਛ ਲਓ। ਆਮ ਸ਼ੋਰ ਕਿ ਉਹ ਵੀ ਇਹੀ ਐਡਵਾਈਸ ਦਊਗਾ। ਜਿਹੜੇ ਏਜੰਟ ਮਾਫੀਆ ਆ ਗਿਆ ਜਾਂ ਇਸ ਤਰ੍ਹਾਂ ਦੇ ਪੁੱਠੇ ਸਿੱਧੇ ਬੰਦੇ ਅੱਗੇ, ਉਹਨਾਂ ਦੀ ਗੱਲਾਂ ਤੇ ਯਕੀਨ ਨਾ ਕਰਨਾ। ਤੁਸੀਂ ਆਪਣੀ ਜਾਬ ਵੀ ਖੋਗੇ ਉਹਨਾਂ ਕੰਟਰੀਆਂ 'ਚ, ਆਪਣੇ ਪੈਸੇ ਵੀ ਜ਼ਾਇਆ ਕਰੋਗੇ। ਤੇ ਇਸ ਵਾਸਤੇ ਇਹ ਧਿਆਨ ਨਾਲ ਚੱਲਣਾ। ਯੂਕੇ ਤੇ ਭਾਜੀ ਐਸਾ ਕੰਟਰੀ ਆ ਜਿੱਥੇ ਹਰ ਚੀਜ਼ ਵਿਕ ਜਾਂਦੀ ਆ, ਇੱਥੇ ਖੋਟਾ ਸਿੱਕਾ ਵੀ ਚੱਲ ਜਾਂਦਾ। ਯੂਕੇ ਦਾ ਨਾਂ ਆਉਂਦਾ ਤੇ ਲੋਕ ਕਹਿੰਦੇ ਕਿ ਬਸ ਇਹ ਅਸੀਂ ਜੰਨਤ ਵਿੱਚ ਆ ਰਹੇ ਹਾਂ। ਮੇਰੀ ਸਮਝਿਓ ਨਾ, ਯਾਨੀ ਇਹ ਖਾਬਾਂ ਦੀ ਦੁਨੀਆ ਹੈਗੀ ਆ। ਇਹ ਇੱਕ ਜਿਸ ਤਰ੍ਹਾਂ ਕਹਿੰਦੇ ਨਾ ਅਮਰੀਕਨ ਡ੍ਰੀਮਸ, ਇਹ ਯੂਕੇ ਡ੍ਰੀਮ ਲੈਂਡ ਹੈਗੀ ਆ। ਇੱਥੇ ਕੋਈ ਵੀ ਚੀਜ਼ ਵਿਕ ਜਾਂਦੀ ਆ, ਠੀਕ ਹੈ ਨਾ। ਇੱਥੇ ਕੋਈ ਵੀ ਚੀਜ਼ ਵਿਕ ਜਾਂਦੀ ਹੈ। ਇੱਥੇ ਤੇ ਰੋਣਾ ਵੀ ਅਸਣੇ ਦੇ ਬਰਾਬਰ ਲੱਗਦਾ। ਇਸੀ ਗੱਲ ਹੈਗੀ ਆ। ਤੇ ਯੂਕੇ ਦੇ ਨਾਂ ਤੇ ਲੋਕੀ ਜ਼ਮੀਨਾਂ ਵੇਚ ਦਿੰਦੇ, ਯੂਕੇ ਦੇ ਨਾਂ ਤੇ ਲੋਕ ਕਹਿੰਦੇ ਰਾਤਾਂ ਦੀ ਨੀਂਦਰਾਂ ਖਰਾਬ ਹੋ ਜਾਂਦੀ ਆ। ਪੌਂਡ ਅੱਖਾਂ ਮੂਹਰੇ ਘੁੰਮਣ ਲੱਗ ਪੈਣਾ। ਤੇ ਇਸ ਵਾਸਤੇ ਇਸ ਦੀਵਾਨਗੀ 'ਚ, ਇਸ ਆਣੇ ਦੀ ਚਾਹ ਵਿੱਚ ਆਪਣੇ ਜਿਹੜੇ ਹੋਸ਼ ਉਹ ਨਾ ਖੋ ਬੈਠਣਾ। ਠੀਕ ਆ। KTV ਦਾ ਚਲੋ ਮੈਂ ਕਹਿ ਦਊਂਗਾ, ਤੁਸੀਂ ਜਿਹੜੇ ਜੈਨੂਇਨ ਬੰਦੇ ਇੱਥੇ ਬੁਲਾਉਂਦੇ ਹੋ, ਸਾਡਾ ਕੰਮ ਹੈ ਕਿ ਸਹੀ ਜਾਣਕਾਰੀ ਦੇਣਾ, ਇਨਫੋਰਮੇਸ਼ਨ ਦੇਣਾ, ਰਿਊਮਰਸ ਨਾ ਫੈਲਣ। ਠੀਕ ਹੈ, ਤਾਂ ਕਿ ਲੋਕ ਸਾਡੇ ਅਗਰ ਅੱਜ ਦੇ ਪ੍ਰੋਗਰਾਮ ਨਾਲ ਕਈ ਲੋਕਾਂ ਦੇ ਪੈਸੇ ਬਚ ਜਾਵਣ, ਕਈ ਲੋਕਾਂ ਦਾ ਨੁਕਸਾਨ ਨਾ ਹੋਵੇ, ਅਸੀਂ ਸਮਝਦੇ ਅਸੀਂ ਆਪਣਾ ਕਰਤੱਵ ਆਪਣਾ ਇੱਕ ਫਰਜ਼ ਨਿਭਾਇਆ। ਬਿਲਕੁਲ। ਹਾਂਜੀ, ਕਹੋ ਤਾਂ ਕੋਲ ਵੀ ਆਪਾਂ ਇੱਕ ਦੋ ਲੈ ਲਈਏ ਜੇਕਰ ਕੋਈ ਕਾਲ ਕਰਨਾ ਚਾਹੀਦਾ, ਇਨਫੋਰਮੇਸ਼ਨ ਲੈਣੀ ਚਾਹੀਦੀ, ਕਾਲਾਂ ਵੀ ਲੈ ਲਓ। ਠੀਕ ਆ, ਇਸ ਤੇ ਜਵਾਬ ਦਵਾਂਗੇ। ਅੱਛਾ, ਕਾਲਾਂ ਲੈਣ ਤੋਂ ਪਹਿਲੇ ਮੈਂ ਦੱਸ ਦਵਾਂ, ਜਿਹੜੀ ਅਮਨੈਸਟੀ ਜਿਸ ਤਰ੍ਹਾਂ ਰੈਲੀ ਕਰਨੀ ਸੀ, ਉਹ ਸਾਨੂੰ ਫਿਲਹਾਲ ਗਵਰਨਮੈਂਟ ਨੇ ਜਿਹੜੀ ਪਬਲਿਕ ਅਥਾਰਟੀ ਤੋਂ ਪਰਮਿਸ਼ਨ ਨਹੀਂ ਮਿਲੀ, ਕਿਉਂਕਿ ਹਜੂਮ ਸਾਡਾ ਵੱਡਾ ਹੈਗਾ, ਸਿਕਿਉਰਿਟੀ ਕੰਸਰਨ ਦੇ ਤਹਿਤ ਨਹੀਂ ਮਿਲੀ। ਉਹ ਬਹੁਤ ਜਲਦ
ਮਿਲ ਜਾਊਗੀ ਅਸੀਂ ਅਪਡੇਟ ਕਰ ਦਵਾਂਗੇ। ਠੀਕ ਹੈ ਤੇ ਜੀ। ਦੂਜੀ ਗੱਲ ਨਿਊਜ਼ੀਲੈਂਡ ਨੇ ਐਮਨੈਸਟੀ ਸ਼ੁਰੂ ਕਰ ਰਿਹਾ ਨਿਊਜ਼ੀਲੈਂਡ। ਠੀਕ ਹੈ ਜੀ। ਇੱਕ ਚੰਗੀ ਖਬਰ ਦੱਸ ਦਵਾਂ, ਹਾਂਜੀ, ਠੀਕ ਹੈ, ਨਿਊਜ਼ੀਲੈਂਡ ਐਮਨੈਸਟੀ ਦੇ ਰਿਹਾ ਠੀਕ ਹੈ ਤੇ ਜੀ। ਕਿ ਨਿਊਜ਼ੀਲੈਂਡ ਜੈਸਾ ਸਿਵਲਾਈਜ਼ਡ ਕੰਟਰੀ ਦੇ ਰਿਹਾ ਹਾਂਜੀ। ਤੇ ਰੱਬ ਕਰੇਗਾ ਸਾਡੇ ਦਿਨ ਵੀ ਬੁਰੇ ਨਹੀਂ, ਐਮਨੈਸਟੀ ਦਾ ਮੌਸਮ ਯੂਕੇ ਵਿੱਚ ਬਹੁਤ ਜਲਦ ਆ ਜਾਊਗਾ। ਠੀਕ ਹੈ, ਠੀਕ ਹੈ, ਇਹ ਮੈਂ ਇੱਕ ਖਬਰ ਅੱਜ ਦੇ ਦਵਾਂ ਤੁਹਾਨੂੰ। ਬਿਲਕੁਲ ਜੀ। ਹਾਂਜੀ, ਤੇ ਇੱਕ ਹੁਣ ਲੈ ਲਓ ਕਾਲਾਂ ਭਾਜੀ। ਹਾਂਜੀ ਬਿਲਕੁਲ ਜੀ। ਤੇ ਦਰਸ਼ਕਾਂ ਨੂੰ ਬੇਨਤੀ ਕਿ ਕਿਸੇ ਨੇ ਕੋਈ ਕਾਲ ਕਰਨ, ਨੰਬਰ ਸਕਰੀਨ ਤੇ ਆਲਰੇਡੀ ਲਗਾ ਦਿੱਤਾ ਗਿਆ ਤੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਇਸ ਮਸਲੇ ਦੇ ਉੱਤੇ ਜਿਹੜਾ HGB ਦਾ, ਵੈਸੇ ਤਾਂ ਸਾਰਾ ਕੁਝ ਕਲੀਅਰ ਜਵੇਦ ਜੀ ਨੇ ਤੁਹਾਨੂੰ ਕਰੇ ਦਿੱਤਾ, ਕੋਈ ਸ਼ੱਕ ਰੱਖੀ ਨਹੀਂ ਵੀ ਕੌਣ ਇਹਦੇ ਵਿੱਚ ਅਪਲਾਈ ਕਰ ਸਕਦਾ ਤੇ ਕੌਣ ਨਹੀਂ ਕਰ ਸਕਦਾ। ਪਰ ਫੇਰ ਵੀ ਕੋਈ ਮਨ ਦੇ ਵਿੱਚ ਡਾਊਟ ਹੋਵੇ ਤਾਂ ਜ਼ਰੂਰ ਤੁਸੀਂ ਕਾਲ ਕਰਕੇ ਤੇ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ। ਇੱਕ ਜਵੇਦ ਜੀ ਜਦੋਂ ਆਪਾਂ ਲਾਸਟ ਸ਼ੋਅ ਕੀਤਾ ਸੀ 2 ਵੀਕਾਂ ਪਹਿਲਾਂ ਜੀ, ਪ੍ਰਾਪਰਟੀ ਦੀ ਗੱਲਬਾਤ ਕੀਤੀ ਸੀ, ਹਾਂਜੀ, ਉਹਦੇ ਵਿੱਚ ਆਪਾਂ ਕਿਸੇ ਮੈਨੂੰ ਸਵਾਲ ਲਿਖਾਇਆ ਸੀ, ਕਿਸੇ ਨੇ ਕੁਐਸਚਨ ਲਿਖਾਇਆ ਸੀ ਕਿ ਆਕਸ਼ਨ ਦੀ ਗੱਲ ਕਰਦੇ ਸੀ। ਆਕਸ਼ਨ ਪ੍ਰਾਪਰਟੀ ਦੇ ਵਿੱਚ ਤੁਸੀਂ ਕਿਹਾ ਸੀ ਕਿ ਉਹਦੇ ਵਿੱਚ ਇੱਕ ਫਾਇਦਾ ਉਹਦਾ ਇਹ ਆ ਵੀ 28 ਦੇ ਦਿਨ ਦੇ ਵਿੱਚ ਸਾਰਾ ਕੁਝ ਹੋ ਜਾਂਦਾ ਨਾਰਮਲੀ ਹੋ ਜਾਂਦਾ, ਪੇਪਰ ਵਰਕ ਹੋ ਜਾਂਦਾ। ਪਰ ਉਹਦਾ ਨੁਕਸਾਨ ਇਹ ਆ ਵੀ ਉਹ ਛੋਟੀਆਂ ਟਰਮਸ ਕੰਡੀਸ਼ਨ ਲਿਖ ਦਿੱਤੀਆਂ ਜਾਂਦੀਆਂ, ਉਹਨਾਂ ਕੋਲ ਕਿਸੇ ਕੋਲ ਪੜ੍ਹਨ ਦਾ ਟਾਈਮ ਨਹੀਂ ਹੁੰਦਾ। ਹਾਂਜੀ, ਇਹਦਾ ਸਵਾਲ ਮੈਨੂੰ ਇਹ ਕਿਸੇ ਨੇ ਲਿਖਾਇਆ ਸੀ ਵੀ ਕਿਸੇ ਨੇ ਆਕਸ਼ਨ ਤੋਂ ਪ੍ਰਾਪਰਟੀ ਲਈ ਜੀ, ਤੇ ਹੁਣ ਉਹ ਪ੍ਰਾਪਰਟੀ ਦੇ ਥੱਲੇ ਮਾਈਨਿੰਗ ਵੀ ਨਿਕਲ ਆਈ ਹੈ ਜੀ, ਤੇ ਉਹ ਕਹਿੰਦੇ ਅਸੀਂ ਤਾਂ ਲਿਖਿਆ ਸੀ, ਵਿੱਚ ਲਿਖਿਆ ਸੀ ਤੇ ਅਸੀਂ ਕੁਝ ਨਹੀਂ ਕਰ ਸਕਦੇ। ਦੂਸਰਾ ਉਹਨਾਂ ਨੇ ਵਿੱਚ ਲਿਖਿਆ ਸੀ ਕਿ ਆਲਰੇਡੀ ਪ੍ਰਾਪਰਟੀ ਜਿਹੜੀ ਆ ਉਹ ਰੈਂਟ ਤੇ ਚੜੀ ਹੋਈ ਆ, ਆਕੂਪਾਈਡ ਆ, ਪਰ ਉਹਨਾਂ ਨੇ ਉਹਦੇ ਵਿੱਚ ਲਿਖਿਆ, ਇਹ ਵੀ ਲਿਖਿਆ ਹੋਇਆ ਸੀ ਕਿ 2 ਜਾਂ 3 ਮਹੀਨੇ ਦਾ ਰੈਂਟ ਉਹਨਾਂ ਨੇ ਨਹੀਂ ਦਿੱਤਾ, ਜਿਹੜਾ ਵਿੱਚ ਇਸ ਵੇਲੇ ਜਿਹੜਾ ਰੈਂਟ ਰਹਿ ਰਿਹਾ, ਤੇ ਸਾਨੂੰ ਉਹ ਵੀ ਰੈਂਟ ਤੁਸੀਂ ਦੇਣਾ। ਕਹਿੰਦੇ ਫਿਰ ਹੁਣ ਜਿਹਨੇ ਪ੍ਰਾਪਰਟੀ ਬਾਏ ਕੀਤੀ ਆ ਉਹ ਓਬਵੀਅਸਲੀ ਸਾਰਾ ਕੁਝ ਉਹਦੇ ਸਿਰ ਪੈ ਗਿਆ ਜੀ, ਉਹਨੂੰ ਹੀ ਸਾਰਾ ਕੁਝ ਦੇਣਾ ਪਊਗਾ। ਮੈਂ ਜਵਾਬ ਦੇ ਦੇਣਾ। ਹਾਂਜੀ, ਠੀਕ ਹੈ। ਤੁਸੀਂ ਵੈਸੇ ਪ੍ਰਾਪਰਟੀਆਂ ਦਾ ਹਮੇਸ਼ਾ ਮੁੱਦਾ ਮੇਰੇ ਤੇ ਪਾ ਦਿੰਦੇ ਹੋ। ਸਰ ਇੱਕ ਮਿੰਟ, ਸੌਰੀ ਜੀ, ਮਾਫ ਕਰਨਾ ਜੀ, ਇੱਕ ਕਾਲ ਆ ਗਈ ਜੀ, ਪਹਿਲਾਂ ਆਪਾਂ ਕਾਲ ਹੈਲੋ ਭਾਈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਜੀ KTV ਦੇ ਸਟੂਡੀਓ ਦੇ ਵਿੱਚ ਤੁਹਾਡਾ। ਤੇ ਹਾਂਜੀ ਕੀ ਪੁੱਛਣਾ ਚਾਹੋਗੇ ਜੀ ਜਵੇਦ ਜੀ ਨੂੰ? ਜੀ ਮੈਂ ਜੀ ਅਮਰਜੀਤ ਸਿੰਘ ਬੋਲਦਾ ਡਿਊਜ਼ਬਰੀ ਤੋਂ। ਹਾਂਜੀ ਹਾਂਜੀ, ਮੈਂ ਇਹਨਾਂ ਨੂੰ ਇਹ ਪੁੱਛਣਾ, ਮੇਰਾ ਇੱਕ ਦੋਸਤ ਹੈ ਸਪੇਨ ਦੇ ਵਿੱਚ। ਠੀਕ ਹੈ ਜੀ। ਉਹਦੇ ਬੱਚੇ, 3 ਬੱਚੇ ਹੈ, ਵਾਈਫ ਹੈ, ਉਹ ਸਾਰੇ ਸਿਟੀਜ਼ਨ ਉੱਥੋਂ ਦੇ। ਗੱਲ ਕਲੀਅਰ ਨਹੀਂ ਸਮਝੇ ਜੀ। ਉਹ ਮੇਰਾ ਦੋਸਤ ਹੈ ਜੀ ਸਪੇਨ। ਹਾਂਜੀ, ਉਹਦੀ ਜਿਹੜੀ ਫੈਮਿਲੀ ਹੈ ਸਾਰੀ ਉਹ ਉੱਥੋਂ ਦੀ ਰੈਜ਼ੀਡੈਂਟ ਹੈ। ਠੀਕ ਹੈ ਜੀ। ਕਿ ਬ੍ਰਿਟਿਸ਼ ਸਪੈਨਿਸ਼ ਹੈ ਉਹ ਸਾਰੇ। ਹਾਂਜੀ ਹਾਂਜੀ, ਸਪੈਨਿਸ਼ ਪਾਸਪੋਰਟ ਹੈ। ਉਹ ਮੁੰਡੇ ਕੋਲੇ ਹੈਗਾ ਜਿਹੜਾ ਪਰਮਨੈਂਟਲੀ ਰੈਜ਼ੀਡੈਂਸੀ ਉਹਦੇ ਕੋਲ। ਹਾਂਜੀ, ਉਹ HGV ਡਰਾਈਵਰ ਵੀ ਹੈਗਾ ਜੀ ਉਹ। ਠੀਕ ਹੈ ਜੀ। ਤੇ ਉਹ ਕਿਸ ਤਰ੍ਹਾਂ ਇੱਥੇ ਆ ਸਕਦਾ? ਐਕਸਪੀਰੀਅੰਸ ਹੀ ਉਹਦਾ ਹੈਗਾ। ਹਾਂਜੀ, ਤੇ ਠੀਕ ਹੈ ਜੀ, ਤੁਹਾਨੂੰ ਜਵਾਬ ਦਿੰਦੇ ਆ ਜਵੇਦ ਜੀ ਹੁਣੀ। ਪਰ ਇਹਦੇ ਨਾਲ ਮੈਂ ਇੱਕ ਕਲੀਅਰ ਥੋੜਾ ਜਿਹਾ ਕਰਨਾ ਚਾਹੁੰਦਾ ਸੀ ਕਿ ਜਿਹੜਾ ਇਹ ਤੁਹਾਡਾ ਫਰੈਂਡ ਹੈ, ਫੈਮਿਲੀ ਕੋਲ ਤਾਂ ਉੱਥੇ ਦੀ ਜਿਹੜੀ ਨੈਸ਼ਨੈਲਿਟੀ ਆ ਜਾਂ ਇੰਡੀਅਨ ਪਾਸਪੋਰਟ ਹੈ ਜੀ? ਉਹਨਾਂ ਦੀ ਨੈਸ਼ਨੈਲਿਟੀ ਹੈ, ਇਹ ਮੁੰਡੇ ਕੋਲ ਇੰਡੀਅਨ ਪਾਸਪੋਰਟ ਹੈ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਤੁਸੀਂ ਕਾਲ ਕੱਟ ਦਿਓ ਜੀ, ਜਵਾਬ ਦਿੰਦੇ ਜਵੇਦ ਜੀ। ਅੱਛਾ ਭਾਜੀ, ਥੈਂਕ ਯੂ ਸਵਾਲ ਕਰਨ ਦਾ। ਸਵਾਲ ਬੜਾ ਸੋਹਣਾ ਕੀਤਾ। ਹਾਂਜੀ, ਜਿਹੜੀ ਸਕੀਮ ਹੈਗੀ ਆ, ਇਸ ਸਕੀਮ ਵਿੱਚ ਕਲੀਅਰਲੀ ਲਿਖਾ ਹੋਇਆ ਹੈ ਕਿ ਜਿਹੜੇ ਯੂਰਪ ਦੇ ਅੱਛਾ ਸਕੀਮ ਵਿੱਚ ਮੈਂ ਪੜ੍ਹ ਕੇ ਦੱਸ ਦੇਣਾ ਕਿ ਮੈਂ ਵੀ ਇਸ ਕਨਫਿਊਜ਼ ਹਾਂ। ਹਾਂਜੀ, ਦ ਸਕੀਮ ਅਪਲਾਈਜ਼ ਟੂ EU, EEA ਔਰ ਸਵਿਸ ਲਾਇਸੈਂਸ ਹੋਲਡਰਸ ਓਨਲੀ। ਠੀਕ ਹੈ ਜੀ। ਅੱਛਾ, ਇਹਨਾਂ ਇਹ ਨਹੀਂ ਲਿਖਿਆ ਕਿ ਬੰਦੇ ਯੂਰਪੀਅਨ ਹੋਣ, ਇਹਨਾਂ ਲਿਖਿਆ ਕਿ ਜਿਹੜਾ ਬੰਦਿਆਂ ਕੋਲ ਲਾਇਸੈਂਸ ਉਹ ਯੂਰਪੀਅਨ ਹੋਵੇ। ਠੀਕ ਹੈ ਜੀ। ਇੱਕ ਤੇ ਇਹ ਗੱਲ ਹੋਗੀ। ਪਹਿਲਾ ਸਵਾਲ ਮੈਂ ਤੁਹਾਨੂੰ ਕੋਲ ਇਹ ਪੁੱਛੂੰਗਾ ਅਗਰ ਲਾਈਨ ਦੇ ਅੱਗੇ, ਇਸ ਬੰਦੇ ਕੋਲ ਲਾਇਸੈਂਸ ਯੂਰਪੀਅਨ ਹੈਗਾ ਜੋ ਕਿ ਨਾਖਾ ਹੈਗਾ, ਵੈਰੀ ਗੁੱਡ, ਪਹਿਲੀ ਸ਼ਰਤ ਪੂਰੀ ਹੋਗੀ। ਠੀਕ ਹੈ ਜੀ। ਦੂਜੀ ਸ਼ਰਤ ਆ, क्या उस बंदे को यूरोपियन पासपोर्ट हैगा? इन्हें आखा कि उसको यूरोपियन पासपोर्ट नहीं हैगा। इन्हें ही आखिया ना इंडियन पासपोर्ट लगा, यूरोप का वीजा हैगा। अच्छा, इस ते गवर्नमेंट ने अपनी स्कीम में कुछ नहीं लिखा। ठीक है, मैं स्ट्रोंगली एडवाइस करूंगा क्योंकि गवर्नमेंट नूं बंदे चाहिए। तुसी ਜਿਹੜੀਆਂ 4 ਕੰਪਨੀਆਂ ਜਿਨ੍ਹਾਂ ਦੇ ਮੈਂ ਨਾਂ ਲਏ, ਇਹ ਭਾਈ ਸਾਹਿਬ ਉਹਨਾਂ ਨੂੰ ਅਪਲਾਈ ਕਰਨ, ਇਹ ਆਖਣ ਕਿ ਮੇਰੀ ਜਿਹੜੀ ਵਾਈਫ ਆ ਉਹ ਯੂਰਪੀਅਨ ਹੈਗੀ ਆ, ਮੈਂ ਉਸਦਾ ਫੈਮਿਲੀ ਮੈਂਬਰ ਹੈਗਾ, ਕਿ ਆਈ ਐਮ ਵੈਰੀ ਪੋਜ਼ਿਟਿਵ, ਉਹ ਇਸ ਨੂੰ ਕੰਸੀਡਰ ਸ਼ਾਇਦ ਕਰਨਗੇ। ਠੀਕ ਆ, ਤੇ ਇਹ ਜ਼ਰੂਰ ਅਪਲਾਈ ਕਰਨ ਕਿਉਂਕਿ ਇਹ ਯੂਰਪ ਦੇ ਅੰਦਰ ਰਹਿ ਰਹੇ, ਯੂਰਪ ਦੇ ਕੁਆਲੀਫਾਈਡ ਫੈਮਿਲੀ ਮੈਂਬਰ ਅੱਗੇ। ਤੇ ਮੇਰੇ ਤਜਰਬੇ ਦੇ ਮੁਤਾਬਿਕ ਇਸ ਨੂੰ ਕੰਸੀਡਰ ਕਰ ਲਵੇਗੀ UK ਹੋਮ ਆਫਿਸ, ਤੇ ਜ਼ਰੂਰ ਅਪਲਾਈ ਕਰਨ ਕਿਉਂਕਿ ਲਾਇਸੈਂਸ ਇਸ ਕੋਲ ਯੂਰਪੀਅਨ ਹੀ ਹੈਗਾ। ਔਰ ਸਕੀਮ ਦੇ ਤਹਿਤ ਲਿਖਾ ਪਿਆ ਕਿ ਲਾਇਸੈਂਸ ਯੂਰਪੀਅਨ ਹੋਣਾ ਜ਼ਰੂਰੀ ਆ, ਬੰਦੇ ਨੂੰ ਯੂਰਪੀਅਨ ਹੋਣਾ ਜ਼ਰੂਰੀ ਨਹੀਂ ਹੈਗਾ। ਇਹ ਸਕੀਮ ਵਿੱਚ ਲਿਖਾ ਪਿਆ, ਮੈਂ ਪੜ੍ਹ ਕੇ ਦੱਸ ਵੀ ਦਿੱਤਾ।
ਇਹ ਗਵਰਨਮੈਂਟ ਦੀ ਪਾਲਿਸੀ ਵੀ ਹੈਗੀ ਆ, ਹਾਂਜੀ। ਮੈਂ ਕੋਲੋਂ ਨਹੀਂ ਕਹਿ ਰਿਹਾ, ਸਕੀਮ ਦੇ ਅੰਦਰ ਲਿਖਿਆ, ਠੀਕ ਹੈ, ਠੀਕ ਇਹ ਹੈ। ਜ਼ਰੂਰ ਅਪਲਾਈ ਕਰਨ। ਹਾਂਜੀ ਠੀਕ ਹੈ ਤੇ ਭਾਜੀ। ਬਿਲਕੁਲ ਜੀ। ਤੇ ਇਹ ਜਿਹੜੀਆਂ 4 ਕੰਪਨੀਆਂ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਆ ਤੇ ਫਿਰ ਜੀ। ਉਹ ਦੱਸ ਸਕਦੇ ਹੋਰ ਹਾਂਜੀ। ਕੀ ਰਿਕੁਆਇਰਮੈਂਟ ਹੈ। ਜੀ। ਹਾਂਜੀ ਬਿਲਕੁਲ ਜੀ। ਤੇ ਕਿਉਂਕਿ ਨਵੀਂ ਚੀਜ਼ ਆ, ਹਰ ਇੱਕ ਚੀਜ਼ ਦਾ ਬਿਲਕੁਲ ਨਿਕਲਦੀ ਦੇਖੋ ਚੀਜ਼ ਹੈ। ਜੀ ਕਿ ਇਹ ਚੀਜ਼ਾਂ ਰਾਤੋਂ ਰਾਤ ਇਹਨਾਂ ਕੀਤੀਆਂ, ਹਾਂਜੀ, ਤੇ ਹਾਂਜੀ। ਓਬਵੀਅਸਲੀ ਜਦੋਂ ਕਾਨੂੰਨ ਰਾਤੋਂ ਰਾਤ ਬਣਦਾ, ਉਸ ਵਿੱਚ ਲੂਪ ਹੋਲ ਵੀ ਬੜੇ ਹੁੰਦੇ, ਹਾਂਜੀ, ਹਾਂਜੀ। ਤੇ ਗਵਰਨਮੈਂਟ ਹਰ ਚੀਜ਼ ਤੇ ਕਲੀਅਰ ਨਹੀਂ ਹੁੰਦੀ। ਤਾਂ ਆਪਾਂ ਇਹਦਾ ਤਰੀਕਾ ਹੀ ਹੁੰਦਾ, ਗਵਰਨਮੈਂਟ ਨੇ ਆਪਣੀ ਵੈਬਸਾਈਟ ਤੇ ਇੱਕ ਈਮੇਲ ਐਡਰੈਸ ਵੀ ਦਿੱਤੀ ਠੀਕ ਹੈ ਕਿ ਜੀ। ਜਿਹਨੂੰ ਕੋਈ ਚੀਜ਼ ਸਮਝ ਨਹੀਂ ਆਉਂਦੀ, ਹਾਂਜੀ। ਸਾਨੂੰ EMPLOYER ਜਾਂ ਬੰਦਾ ਈਮੇਲ ਵੀ ਕਰ ਸਕਦਾ। ਠੀਕ ਹੈ ਜੀ। ਉਹ ਕਹਿੰਦੇ ਹੋ ਤੇ ਸ਼ਾਇਦ ਮੈਂ ਪੜ੍ਹ ਕੇ ਵੀ ਤੇ ਦੱਸ ਦਿੰਦਾ ਤੁਹਾਨੂੰ, ਹਾਂਜੀ। ਅਗਰ ਹੈਲਪ ਕਰ ਦੇਵੇ, ਨਹੀਂ ਤੇ ਮੈਂ ਸਟੂਡੀਓ ਛੋੜ ਦੂੰਗਾ ਹਾਂਜੀ। ਕਿ ਇਹ ਲੋਕੀ ਉਹਨੂੰ ਈਮੇਲ ਵੀ ਕਰ ਸਕਦੇ। ਬਿਲਕੁਲ ਠੀਕ ਹੈ ਜੀ। ਤੁਸੀਂ ਬਾਅਦ ਵਿੱਚ ਫੋਨ ਕਰਕੇ ਸਟੂਡੀਓ ਦੇ ਵਿੱਚ ਵੀ ਇਨਫੋਰਮੇਸ਼ਨ ਲੈ ਸਕਦੇ ਹੋ, ਉੱਥੇ ਛੱਡ ਦੇਣਗੇ ਜੀ। ਇੱਕ ਚੀਜ਼ ਮੈਂ ਨਾਲ ਐਡ ਕਰਦਾ ਜਾਊਂ, ਸਾਡੇ ਮੰਨਾ ਕਿ ਇਹਨਾਂ ਯੂਰਪੀਅਨ ਐਸਾ ਕਿ ਸਾਡੇ ਬਹੁਤ ਸਾਰੇ ਭੈਣ ਭਾਈ ਜਿਹੜੇ ਯੂਰਪ ਵਿੱਚ ਅੱਗੇ, ਪੰਜਾਬੀ ਅੱਗੇ, ਹਾਂਜੀ। ਉਹ ਬ੍ਰੈਕਸਿਟ ਤੋਂ ਬਾਅਦ ਆ ਨਹੀਂ ਸਕੇ, ਹਾਂਜੀ। ਤੇ ਉਹਨਾਂ ਵਾਸਤੇ ਸ਼ਾਇਦ ਇੱਕ ਥੋੜਾ ਜਿਹਾ ਚੰਗਾ ਮੌਕਾ ਹੈਗਾ ਹੋਰ ਮੌਕਾ ਕਿ ਮਿਲ ਉਹ ਗਿਆ। ਇੱਕ ਹੋਰ ਚਾਂਸ ਮਿਲ ਗਿਆ, ਇੱਕ ਹਾਂਜੀ, ਹੋਰ ਹਾਂਜੀ। ਵਾਰੀ ਮਿਲ ਗਈ, ਹਾਂਜੀ। ਉਹ ਸਕੀਮ ਦੇ ਤਹਿਤ ਜ਼ਰੂਰ ਅਪਲਾਈ ਕਰਨ। ਬਿਲਕੁਲ ਜੀ। ਉਹ ਜ਼ਰੂਰ ਆਵਣ। ਠੀਕ ਹੈ ਜੀ। ਤੇ ਹਾਂਜੀ ਇਹ ਉਹਨਾਂ ਵਾਸਤੇ ਮੈਂ ਜ਼ਰੂਰ ਕਹੂੰਗਾ ਜਿਹੜੇ ਪੰਜਾਬੀ ਭੈਣ ਭਾਈ ਅੱਗੇ, ਇਟਲੀ ਵਿੱਚ ਬਹੁਤ ਅੱਗੇ, ਸਪੇਨ ਵਿੱਚ ਬਹੁਤ ਅੱਗੇ, ਪੋਰਚੁਗਲ ਵਿੱਚ ਬਹੁਤ ਅੱਗੇ, ਹਾਂਜੀ। ਫਰਾਂਸ ਵਿੱਚ ਬਹੁਤ ਅੱਗੇ, ਜਰਮਨੀ ਵਿੱਚ ਬਹੁਤ ਅੱਗੇ, ਠੀਕ ਨਾ, ਉਹ ਇਸ ਸਕੀਮ ਦਾ ਜ਼ਰੂਰ ਫਾਇਦਾ ਚੱਕਣ। ਹਾਂਜੀ। ਜਿਨ੍ਹਾਂ ਕੋਲ ਜਿਹੜੇ ਕਿਸੇ ਨਾ ਕਿਸੇ ਕਾਰਨ ਕਰਕੇ ਪਹਿਲਾਂ ਰਹਿ ਗਏ ਸੀ, ਜਿਹਨਾਂ ਕਿਸੇ ਕੋਲ ਉਸ ਵੇਲੇ ਜਿਹੜੇ ਪ੍ਰੀ ਸੈਟਲ ਸਟੇਟਸ ਨਹੀਂ ਲੈ ਸਕੇ, ਹਾਂਜੀ ਹਾਂਜੀ, ਤੇ ਉਹ ਜ਼ਰੂਰ ਆਵਣ, ਜਿਨ੍ਹਾਂ ਨੇ ਦਸੰਬਰ 2020 ਦੀ ਡੈਡਲਾਈਨ ਮਿਸ ਕੀਤੀ, ਹਾਂਜੀ। ਜਾਂ ਜਿਨ੍ਹਾਂ ਨੇ ਜੂਨ 2021 ਦੀ ਡੈਡਲਾਈਨ ਮਿਸ ਕੀਤੀ, ਹਾਂਜੀ। ਉਹ ਇਸ ਸਕੀਮ ਦਾ ਜ਼ਰੂਰ ਫਾਇਦਾ ਚੱਕਣ, ਠੀਕ ਹੈ। ਅਗਰ ਉਹਨਾਂ ਕੋਲ ਲਾਇਸੈਂਸ ਹੈਗਾ HGV ਦਾ। ਠੀਕ ਹੈ ਜੀ। ਕੋਲ ਇੱਕ ਹੋਰ ਹੈਗੇ ਜੀ। ਹੈਲੋ ਹੈਲੋ ਹਾਂਜੀ, ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਕੌਣ ਤੇ ਕਿੱਥੋਂ ਬੋਲ ਰਿਹਾ ਜੀ? ਭਾਜੀ ਸਤਿ ਸ਼੍ਰੀ ਅਕਾਲ, ਮੈਂ ਬਲਜਿੰਦਰ ਸਿੰਘ ਬੋਲਦਾ ਭਾਈ ਸਲੋ ਤੋਂ। ਹਾਂਜੀ ਜੀ, ਕੀ ਪੁੱਛਣਾ ਚਾਹੋਗੇ ਜੀ? ਭਾਜੀ ਮੈਂ ਪੁੱਛਣਾ ਜੀ, ਸਾਡੇ ਰਿਸ਼ਤੇਦਾਰ ਹੈ ਜੀ, ਇਟਲੀ ਤੋਂ ਆਏ ਹੋਏ ਆ। ਠੀਕ ਜੀ। ਜੇ ਹੁਣ ਇੰਡੀਆ ਤੋਂ ਕਿਸੇ ਨੂੰ ਮੰਗਵਾਉਣਾ ਚਾਹੋ ਤਾਂ ਮੰਗਾ ਸਕਦੇ ਆ। ਓਕੇ ਜੀ, ਥੈਂਕ ਯੂ ਜੀ। ਥੈਂਕ ਯੂ ਜੀ। ਅੱਛਾ, ਰਿਸ਼ਤੇਦਾਰ ਜਿਹੜੇ ਇਟਲੀ ਤੋਂ ਆਏ ਅੱਗੇ, ਉਹਨਾਂ ਕੋਲ ਪ੍ਰੀ ਸੈਟਲ ਸਟੇਟਸ ਹੈਗਾ? ਹਾਂਜੀ ਹੈਗਾ ਜੀ। ਅਗਰ ਉਹਨਾਂ ਕੋਲ ਪ੍ਰੀ ਸੈਟਲ ਸਟੇਟਸ ਹੈਗਾ ਤੇ ਉਹ ਆਪਣੇ, ਅਗਰ ਠੀਕ, ਉਹ ਆਪਣੇ ਮਾਪਿਆਂ ਨੂੰ ਬੁਲਾ ਸਕਦੇ ਹਨ, ਆਪਣੀ ਵਾਈਫ ਨੂੰ, ਔਰ 21 ਸਾਲ ਦੇ ਘੱਟ ਬੱਚਿਆਂ ਨੂੰ ਬੁਲਾ ਸਕਦੇ ਹਨ। ਆਪਣੇ ਜਿਹੜੇ ਦੂਜੇ ਭੈਣ ਭਾਈ ਹੈਗੇ, ਜਿਸੇ ਜਿਹੜੇ ਦੂਜੇ ਕਜ਼ਨ ਹੋ ਗਏ, ਜਾਂ ਜਿਹਨੂੰ ਐਕਸਟੈਂਡਡ ਫੈਮਿਲੀ ਮੈਂਬਰ ਕਹਿੰਦੇ, ਉਹ ਨਹੀਂ ਬੁਲਾ ਸਕਦੇ। ਬਾਕੀ ਸਾਰਿਆਂ ਨੂੰ ਬੁਲਾ ਸਕਦੇ ਹਨ ਅਗਰ ਉਹਨਾਂ ਕੋਲ ਪ੍ਰੀ ਸੈਟਲ ਸਟੇਟਸ ਹੈਗਾ ਜਾਂ ਸੈਟਲ ਸਟੇਟਸ ਹੈਗਾ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਕਲੀਅਰ ਹੋ ਗਿਆ। ਜਿਹਦਾ ਕਜ਼ਨ ਵਗੈਰਾ ਨਹੀਂ ਮੰਗਾ ਸਕਦੇ। ਨਹੀਂ, ਦੋ ਯੂਰਪੀਅਨ ਦੇ ਦੋ ਤਰ੍ਹਾਂ ਦੇ ਰਿਸ਼ਤੇਦਾਰ ਹੁੰਦੇ, ਇੱਕ ਹੁੰਦਾ ਕੁਆਲੀਫਾਈਡ, ਹਾਂਜੀ, ਜਿਸ ਵਿੱਚ ਮਾਪਿਓ, ਠੀਕ ਹੈ ਜੀ, ਬੀਵੀ ਬੱਚੇ, 21 ਸਾਲ ਤੋਂ ਘੱਟ ਬੱਚੇ, ਹਾਂਜੀ, ਉਹ ਹੁੰਦੇ ਨੇ। ਠੀਕ ਹੈ ਇੱਕ ਹੁੰਦਾ ਐਕਸਟੈਂਡਡ, ਠੀਕ ਹੈ ਜੀ, ਐਕਸਟੈਂਡਡ ਹੀ ਤੁਸਾਂ ਦੇ ਭੈਣ ਭਾਈ, ਠੀਕ ਹੈ ਜੀ, ਪਤਰੀਏ ਜਾਂ ਬਲੱਡ ਰਿਲੇਸ਼ਨ ਜਿਹੜੇ ਆਂਦੇ, ਉਹ ਹੁੰਦੇ ਨੇ। ਐਕਸਟੈਂਡਡ ਵਾਲੀ ਜਿਹੜੀ ਉਹਨਾਂ ਲਾਈਨ ਖਤਮ ਹੀ ਕਰ ਦਿੱਤੀ ਆ। ਠੀਕ ਹੈ, ਠੀਕ ਹੈ ਜੀ। ਉਹ ਦਸੰਬਰ 2020 ਤੋਂ ਖਤਮ ਹੀ ਹੋ ਗਈ ਆ। ਠੀਕ ਹੈ ਜੀ। ਠੀਕ ਹੈ। ਇਹ ਸਿਰਫ ਯੂਕੇ ਦੇ ਵਿੱਚ ਖਤਮ ਹੋ ਗਈ ਜਾਂ ਯੂਰਪ ਦੇ ਵਿੱਚ ਵੀ ਖਤਮ ਹੋ ਗਈ ਜੀ? ਨਹੀਂ, ਜਿਹੜੇ ਯੂਰਪੀਅਨ ਯੂਕੇ ਦੇ ਅੰਦਰ ਆਏ ਦਸੰਬਰ 2020 ਤੋਂ, ਠੀਕ ਹੈ ਨਾ, ਉਹ ਸਿਰਫ ਇਹਨਾਂ ਮਾਪਿਓ ਬੀਵੀ ਬੱਚਿਆਂ ਨੂੰ ਬੁਲਾ ਸਕਦੇ ਨੇ। ਹਾਂਜੀ ਹਾਂਜੀ, ਠੀਕ ਹੈ। ਜਿਹੜੇ ਬਾਕੀ ਜਿਹੜੇ ਯੂਰਪ ਦੇ ਕਾਨੂੰਨ ਹੋ ਗਏ, ਉਹ ਤਾਂ ਇਸੇ ਤਰ੍ਹਾਂ ਚੱਲ ਰਹੇ ਨੇ। ਹਾਂਜੀ ਹਾਂਜੀ। ਬ੍ਰੈਕਸਿਟ ਤੇ ਇੰਗਲੈਂਡ ਦਾ ਹੋਇਆ ਨਾ, ਬਾਕੀ ਕੰਟਰੀਆਂ ਦਾ ਨਹੀਂ ਹੋਇਆ। ਹਾਂਜੀ। ਇੱਕ ਚਲੋ ਜੀ, ਹੁਣ ਇਸੇ ਸਵਾਲ ਦੇ ਵਿੱਚ ਮੇਰਾ ਉਹ ਮੈਂ ਪ੍ਰਾਪਰਟੀ ਦਾ ਸਵਾਲ ਦੇ ਦਵਾਂ ਜਵਾਬ। ਹਾਂਜੀ। ਜਦੋਂ ਆਪਾਂ ਪ੍ਰਾਪਰਟੀ ਲੈਂਦੇ ਆ, ਉਹਦੀ ਆਕਸ਼ਨ ਦੀਆਂ ਸਪੈਸ਼ਲ ਟਰਮਸ ਐਂਡ ਕੰਡੀਸ਼ਨਾਂ ਹੁੰਦੀਆਂ। ਹਾਂਜੀ। ਉਸ ਦੇ ਅੰਦਰ ਕਲੀਅਰਲੀ ਹਰ ਚੀਜ਼ ਲਿਖੀ ਹੁੰਦੀ। ਤੇ ਮੈਂ ਅਰਦਾਸ ਕਰੂੰਗਾ, ਬੇਨਤੀ ਕਰੂੰਗਾ, ਜਿਹੜਾ ਬੰਦਾ ਵੀ ਪ੍ਰਾਪਰਟੀ ਲਵੇ, ਆਕਸ਼ਨ ਪਾਸਪੋਰਟ ਦੇ ਨਾਂ ਤੋਂ ਇੱਕ ਈਮੇਲ ਐਡਰੈਸ ਉੱਥੇ ਉਹਨਾਂ ਦੀ ਹੁੰਦੀ ਵੈਬਸਾਈਟ, ਉਹ ਮੈਂ ਕਿਹਾ ਉਹਨਾਂ ਯੂਨੀਵਰਸਲ ਬਣਾਈ ਹੈ ਸਾਰੀਆਂ ਆਕਸ਼ਨ ਦੇ ਰਸਤੇ। ਉੱਥੇ ਜਾ ਕੇ ਲੀਗਲ ਪੈਕ ਦੇ ਅੰਦਰ ਪੜੋ ਕਿ ਉਸ ਦੇ ਅੰਦਰ ਕੀ ਲਿਖਾ ਪਿਆ। ਉਸ ਲੀਗਲ ਪੈਕ ਦੇ ਅੰਦਰ ਜਿਹੜੀ ਤੁਸੀਂ ਮਾਈਨਿੰਗ ਦੀ ਗੱਲ ਆਖੀ ਆ, ਮਾਈਨਿੰਗ ਰਿਪੋਰਟ ਵੀ ਹੁੰਦੀ, ਸਾਰੀ ਸਰਚ ਰਿਪੋਰਟਾਂ ਵੀ ਹੁੰਦੀਆਂ। ਉਹ ਪਹਿਲਾਂ ਤੁਸੀਂ ਸਾਰੀ ਪੜ੍ਹ ਲਓ ਕਿ ਉਹਦੇ ਅੰਦਰ ਪ੍ਰਾਪਰਟੀ ਦੀ ਜਾਂ ਸੋਇਲ ਦੀ ਕੀ ਕੰਡੀਸ਼ਨ ਹੈਗੀ ਆ। ਠੀਕ ਆ। ਦੂਜਾ ਤੁਸੀਂ ਕਹਿ ਰਹੇ ਹੋ ਕਿ ਕਿਆ ਪ੍ਰਾਪਰਟੀ ਲਓਗੇ, ਜਿਹੜੇ ਟੈਨੈਂਟ ਹੈਗੇ ਉਹ ਤੁਹਾਨੂੰ ਨਾਲ ਜਾਇਜ਼ ਮਿਲਣਗੇ ਜਾਂ ਟੈਨੈਂਟ ਛੱਡਣਗੇ। ਤੇ ਪ੍ਰਾਪਰਟੀ ਦੀ ਜਿਹੜੀ ਕਨਵੈਂਸਿੰਗ ਹੁੰਦੀ ਹੈ, ਉਹਦੇ ਅੰਦਰ ਫਾਰਮ TA13 ਹੁੰਦਾ, ਉਸਦੇ ਇੱਕ ਖਾਨੇ ਦੇ ਅੰਦਰ ਲਿਖਾ ਹੁੰਦਾ ਕਿ ਆਰ ਯੂ ਬਾਇੰਗ ਦਾ ਪ੍ਰਾਪਰਟੀ ਵਿਦ ਸਿਟਿੰਗ ਟੈਨੈਂਟ, ਜਿਹਨੂੰ ਟੈਨਿੰਗ ਇਨ ਸਿਚੂ ਕਹਿੰਦੇ ਨੇ, ਜਾਂ ਆਰ ਯੂ ਬਾਇੰਗ ਦਾ ਪ੍ਰਾਪਰਟੀ ਵਿਦ ਐਮਪਟੀ ਵਿਦ ਵੇਕੈਂਟ ਪੋਜੈਸ਼ਨ। ਤਾਂ ਉਸ ਦੇ ਅੰਦਰ ਇਹ ਸਾਰੀਆਂ ਗੱਲਾਂ ਲਿਖੀਆਂ ਹੁੰਦੀਆਂ। ਤੇ ਇਹ ਮੈਂ ਅਰਜ਼ ਕਰੂੰਗਾ ਉਹਨਾਂ ਲੋਕਾਂ ਨੂੰ ਜਿਹੜੇ ਪ੍ਰਾਪਰਟੀ ਤੇ ਲੈਣਾ ਚਾਹੁੰਦੇ, ਤੇ ਉਹ ਉਸ TA13 ਦੇ ਅੰਦਰ ਇਹ ਸਾਰੀਆਂ ਗੱਲਾਂ ਲਿਖੀਆਂ ਹੁੰਦੀਆਂ। ਤੇ ਤੀਜਾ ਤੁਸੀਂ ਸਵਾਲ ਪੁੱਛਿਆ ਸੀ, ਅਗਰ ਪ੍ਰਾਪਰਟੀ ਦੇ ਜਿਹੜੇ ਅਰੀਅਰਸ ਅੱਗੇ ਰੈਂਟ ਦੇ ਅਗਰ ਉਸ ਟੈਨੈਂਟ ਨੇ ਨਹੀਂ ਦਿੱਤੇ, ਤੇ ਨਾਰਮਲੀ ਜਿਹੜਾ ਲੈਂਡਲੋਰਡ ਉਸ ਟਾਈਮ ਦੇ ਅਗਾ ਸੀ, ਉਹ ਕੰਟਰੈਕਟ ਉਸ ਲੈਂਡਲੋਰਡ ਦਾ, ਉਸ ਪ੍ਰਾਪਰਟੀ ਦੇ ਮਾਲਕ ਦਾ ਤੇ ਉਸ ਟੈਨੈਂਟ ਦਾ ਹੈ। ਜਿਹੜਾ ਨਵਾਂ ਟੈਨੈਂਟ ਮਾਲਕ ਹੋਊਗਾ, ਉਹਦਾ ਤੇ ਕੰਟਰੈਕਟ ਹੈਗਾ ਹੀ ਨਹੀਂ ਉਸਦੇ ਨਾਲ। ਉਹਦਾ ਕਿਹਦੇ ਹੋਊਗਾ ਉਸਦਾ? ਬਿਲਕੁਲ। ਕਾਮਨ ਸੈਂਸ ਕਹਿੰਦੀ ਕਿ ਉਹ ਨਵਾਂ ਵਾਲਾ ਲੈਂਡਲੋਰਡ ਉਸ ਕੋਲ ਵਸੂਲ ਨਹੀਂ ਕਰ ਸਕਦਾ। ਹਾਊਐਵਰ ਅਗਰ ਆਪਣੀ ਦੋਨੋਂ ਮਿਊਚੁਅਲ ਅੰਡਰਸਟੈਂਡਿੰਗ ਨਾਲ
ਕੋਈ ਗੱਲਬਾਤ ਕਰਨ ਤੇ ਹਾਂਜੀ। ਦੈਟਸ ਅ ਸੈਪਰੇਟ ਇਸ਼ੂ। ਠੀਕ ਹੈ ਜੀ। ਮੇਰੇ ਨਾਲ ਇੱਕ ਸਿਚੁਏਸ਼ਨ ਹੋਈ ਹੈ, ਮੈਂ ਪ੍ਰਾਪਰਟੀ ਦੀ ਕਨਵਿੰਸਿੰਗ ਕਰ ਰਿਹਾ ਸਾਂ, ਇਹੀ ਦੁਰਘਟਨਾ ਮੇਰੇ ਸਾਡੇ ਨਾਲ ਵੀ ਹੋਈ ਆ। ਹਾਂ ਹਾਂ ਤੇ ਉਹ ਜਿਹੜਾ ਟੈਨੈਂਟ ਸੀ ਹਾਂਜੀ। ਉਹ ਪ੍ਰਾਪਰਟੀ ਛੱਡ ਨਹੀਂ ਰਿਹਾ, ਠੀਕ ਹੈ ਜੀ। ਤੇ ਸਾਡਾ ਜਿਹੜਾ ਬੰਦਾ ਸੀ ਜਿਹਨੇ ਪ੍ਰਾਪਰਟੀ ਲੈਣੀ ਸੀ, ਹਾਂਜੀ ਉਹਨੇ ਕਹਿੰਦੀ ਜ਼ੁਬੇਰ ਜੀ ਤੁਸੀਂ ਪ੍ਰਾਪਰਟੀ ਲਓ, ਟੈਨੈਂਟ ਨੂੰ ਮੈਂ ਖੁਦ ਹੀ ਖਾਲੀ ਕਰਾ ਲੂੰਗਾ। ਠੀਕ ਹੈ ਜੀ। ਉਹ ਟੈਨੈਂਟ ਨੂੰ ਛੱਡ ਨਹੀਂ ਰਿਹਾ ਹਾਂਜੀ ਹਾਂਜੀ ਪ੍ਰਾਪਰਟੀ। ਹਾਂਜੀ ਹਾਂਜੀ, ਪਰ ਤੁਸੀਂ ਤਾਂ ਤੁਹਾਡੀ ਜਿਹੜੀ ਰਿਸਪੌਂਸਿਬਿਲਿਟੀ, ਤੁਸੀਂ ਤਾਂ ਆਪਣੇ ਕਲਾਇੰਟ ਨੂੰ ਦੱਸਿਆ ਕਿ ਸਿਚੁਏਸ਼ਨ ਹਾਂਜੀ। ਆ, ਪਰ ਜਦੋਂ ਕਲਾਇੰਟ ਇਹ ਕਹਿ ਰਿਹਾ ਰਿਸਪੌਂਸਿਬਿਲਿਟੀ ਮੇਰੀ ਆ, ਤੇ ਤੁਸੀਂ ਤਾਂ ਫਿਰ ਅੱਗੇ ਜਾਣਾ ਹੀ ਆ ਨਾ। ਜੀ ਹਾਂਜੀ ਤੇ ਅਸੀਂ ਸਾਡਾ ਕੰਮ ਸੀ ਕਿ ਉਸ ਪ੍ਰਾਪਰਟੀ ਦਾ ਜਿਹੜਾ ਟਾਈਟਲ ਆ, ਹਾਂਜੀ। ਜਿਹਨੂੰ ਟਾਈਟਲ ਡੀਡ ਕਹਿੰਦੇ ਨੇ, ਹਾਂਜੀ। ਉਸ ਬੰਦੇ ਦੇ ਨਾਂ ਤੇ ਚੜਵਾ ਕੇ ਦੇਣਾ ਠੀਕ ਹੈ ਜੀ। ਔਰ ਕਲੀਅਰ ਟਾਈਟਲ ਲੈਣਾ। ਹਾਂਜੀ ਠੀਕ ਹੈ। ਜਿਹੜਾ ਸੈਲਰ ਦਾ ਵਕੀਲ ਸੀ ਉਸ ਕੋਲ ਗਾਰੰਟੀ ਲਈ ਸੀ ਅਸਾਂ ਠੀਕ ਜੀ। ਕਿ ਬਈ ਤੂੰ ਸਾਨੂੰ ਕਲੀਅਰ ਟਾਈਟਲ ਦਊਂਗਾ, ਹਾਂਜੀ ਹਾਂਜੀ ਟਾਈਟਲ ਕਲੀਅਰ ਦਊਂਗਾ, ਅੰਡਰਟੇਕਿੰਗ ਜਿਹਨੂੰ ਕਹਿੰਦੇ ਨੇ। ਹਾਂਜੀ, ਠੀਕ ਹਾਂਜੀ, ਹੈ। ਹਾਂਜੀ, ਹਾਂਜੀ। ਬਾਕੀ ਟੈਨੈਂਟ ਜਾਂ ਟੈਨੈਂਟ ਉਹ ਤੁਸੀਂ ਆਪਣੇ ਕਲਾਇੰਟ ਤੋਂ ਪੁੱਛੋ ਕਿ ਤੂੰ ਜਿਹੜਾ ਟੈਨੈਂਟ ਬੈਠਾ ਪਿਆ ਪ੍ਰਾਪਰਟੀ ਉਹਨੂੰ ਵੀ ਨਾਲ ਲੈਣਾ ਜਾਂ ਹਾਂਜੀ। ਉਹਨੂੰ ਬਾਹਰ ਕੱਢਣਾ। ਠੀਕ, ਠੀਕ, ਨੋਰਮਲੀ ਠੀਕ। ਲੋਕੀ ਪਸੰਦ ਨਹੀਂ ਕਰਦੇ, ਹਾਂਜੀ। ਕਿਉਂਕਿ ਜਿਹੜਾ ਪੁਰਾਣਾ ਟੈਨੈਂਟ ਹੁੰਦਾ ਹਾਂਜੀ ਉਹ ਨਵੇਂ ਮਾਲਕ ਮਕਾਨ ਨੂੰ ਪੁਰਾਣਾ ਰੈਂਟ ਦੇਣਾ ਚਾਹੁੰਦਾ। ਠੀਕ ਹੈ ਠੀਕ ਜੀ। ਪੁਰਾਣਾ ਜਿਹੜਾ ਰੈਂਟ ਉਹ ਨਾਰਮਲੀ ਘੱਟ ਹੀ ਹੁੰਦਾ, ਹਾਂਜੀ, ਹਾਂਜੀ, ਤੇ ਹਾਂਜੀ। ਨਵਾਂ ਮਾਲਕ ਮਕਾਨ ਹੁੰਦਾ ਉਹ ਕਹਿੰਦਾ ਮੈਂ ਨਵਾਂ ਰੈਂਟ ਚਾਹੂੰਗਾ, ਕਿਰਾਇਆ ਵੀ ਵਧਾਊਂਗਾ। ਹਾਂਜੀ ਹਾਂਜੀ, ਠੀਕ ਹੈ। ਇਹ ਨਾਰਮਲ ਇਹ ਨਾਰਮਲ ਪ੍ਰੈਕਟਿਸ ਹੈ। ਹਾਂਜੀ 99% ਇਹ ਪ੍ਰੋਬਲਮ ਹੁੰਦੀ ਹੈ ਸਾਰੇ ਪਾਸੇ। ਅੱਛਾ ਭਾਜੀ, ਟਾਈਮ ਵੀ ਥੋੜਾ ਜਿਹਾ ਰਹਿ ਗਿਆ, ਟਾਈਮ ਆਪਣੇ ਕੋਲ 1-2 ਮਿੰਟ ਰਹਿ ਗਿਆ ਮੈਂ ਜੀ। ਗੱਲ ਫਿਰ ਕਲੀਅਰ ਕਰ ਦੇਣਾ, ਹਾਂਜੀ। ਗੱਲਾਂ ਥੋੜੀ ਜਿਹੀ ਗੰਭੀਰ ਜੀ ਹੈਗੀਆਂ। ਹਾਂਜੀ ਜਿਹੜੇ HGV ਡਰਾਈਵਰ ਅੱਗੇ ਉਹਦੀਆਂ ਦੋ ਮੇਨ ਸਕੀਮਾਂ ਨਿਕਲੀਆਂ ਹਾਂਜੀ ਪਿਛਲੇ 10 ਦਿਨਾਂ ਦੇ ਅੰਦਰ। ਇਹ ਜਿਹੜੀਆਂ ਸਕੀਮਾਂ ਨਿਕਲੀਆਂ ਇਹ ਯੂਰਪੀਅਨ HGV ਲਾਇਸੈਂਸ ਹੋਲਡਰ ਵਾਸਤੇ ਨਿਕਲੀ ਆ। ਪ੍ਰਾਇਮਰੀਲੀ ਜਿਹੜੀ ਮੇਨ ਸਕੀਮ ਨਿਕਲੀ ਆ ਯੂਰਪੀਅਨ ਡਰਾਈਵਰ HGV ਲਾਇਸੈਂਸ ਹੋਲਡਰ ਵਾਸਤੇ ਨਿਕਲੀ ਆ। ਇੱਕ ਗੱਲ ਉਸ ਵਿੱਚ ਉਹਨਾਂ 5000 ਬੰਦੇ ਚੱਕਣੇ ਅੱਗੇ HGV ਡਰਾਈਵਰ। ਉਸ ਤੋਂ ਬਾਅਦ ਉਹਨਾਂ ਇੱਕ ਹੋਰ ਪਾਲਿਸੀ ਕੱਢੀ ਆ ਜਿਹਨੂੰ ਫਿਊਲ ਟੈਂਕਰ ਕੰਸੈਸ਼ਨ ਪਾਲਿਸੀ ਆ, ਉਸ ਦੇ ਅੰਦਰ ਉਹਨਾਂ 300 ਬੰਦੇ ਚੱਕਣੇ ਅੱਗੇ। ਜਿਹੜੇ ਦੁਬਈ, ਯੂਰਪ, ਇੰਡੀਆ, ਪਾਕਿਸਤਾਨ ਜਿਹਨਾਂ ਲੋਕੀ ਉੱਥੇ ਅੱਗੇ, ਜਿਨ੍ਹਾਂ ਕੋਲ ਉੱਥੇ ਦੇ ਲਾਇਸੈਂਸ ਅੱਗੇ, ਉਸ ਵਾਸਤੇ ਕੋਈ ਕਲੀਅਰ ਪਾਲਿਸੀ ਨਹੀਂ ਹੈਗੀ। ਇਹ ਵੇਟ ਐਂਡ ਵਾਚ ਵਾਲੀ ਪਾਲਿਸੀ ਹੋਊਗੀ। ਗਵਰਨਮੈਂਟ ਦੇਖੂਗੀ ਕਿ ਕਿਤਨੇ ਬੰਦੇ ਯੂਰਪ ਤੋਂ ਸਾਨੂੰ ਮਿਲ ਰਹੇ ਨੇ, ਕਿਤਨੇ ਬੰਦੇ ਨੌਨ ਵੀਜ਼ਾ ਨੈਸ਼ਨਲ ਕੰਟਰੀਜ਼ ਤੋਂ ਮਿਲ ਰਹੇ ਨੇ। ਜਦੋਂ ਗਵਰਨਮੈਂਟ ਨੂੰ ਬੰਦੇ ਨਹੀਂ ਮਿਲਣਗੇ, ਵੈਰੀ ਲਾਈਕਲੀ ਗਵਰਨਮੈਂਟ ਇਹਨਾਂ ਕੰਟਰੀ ਦੀ ਤਰਫ ਆਊਗੀ ਔਰ ਇਹ ਡਰਾਈਵਰ ਚੁੱਕਣਾ ਸ਼ੁਰੂ ਕਰੇਗੀ। ਤੇ ਜਿਹੜੇ ਲੋਕੀ ਹੌਲਿਜ ਕੈਰੀਅਰ ਜਾਂ ਜਿਹੜੇ ਟਰਾਂਸਪੋਰਟ ਦੀ ਕੰਪਨੀਆਂ ਜਾਂ ਜਿਹੜੇ ਸਪਲਾਈ ਚੇਨ ਜਾਂ ਜਿਹੜੀ ਫੂਡ ਚੇਨ ਚਲਾਉਂਦੇ ਨੇ, ਉਹਨਾਂ ਵਾਸਤੇ ਅਸੀਂ ਅੱਜ ਸਪੈਸ਼ਲ ਰਿਕੁਐਸਟ ਕਰਾਂਗੇ ਕਿ ਅਗਰ ਤੁਸੀਂ ਆਪਣੇ ਬਿਜ਼ਨਸ ਨੂੰ ਵਧਾਉਣਾ ਚਾਹੁੰਦੇ ਹੋ, ਤੁਸੀਂ ਯੂਕੇ ਦੀ ਇਕਨੋਮੀ ਨੂੰ ਸਸਟੇਨ ਕਰਨਾ ਚਾਹੁੰਦੇ ਹੋ, ਤੁਸੀਂ ਆਪਣੇ ਨੁਕਸਾਨ ਤੋਂ ਬਚਣਾ ਚਾਹੁੰਦੇ ਹੋ, ਤੁਸੀਂ ਸਪਾਂਸਰ ਲਾਇਸੈਂਸ ਅਪਲਾਈ ਕਰੋ। ਸਪਾਂਸਰ ਲਾਇਸੈਂਸ ਅਪਲਾਈ ਕਰਨਾ ਬਹੁਤ ਆਸਾਨ ਹੈਗਾ। ਅਗਰ ਛੋਟੀ ਕੰਪਨੀਆਂ ਆ ਗਈਆਂ ਤੇ 536 ਪਾਉਂਡ ਫੀਸ ਹੈਗੀ ਆ, 6 ਤੋਂ 8 ਵੀਕਾਂ ਦੇ ਅੰਦਰ ਲਾਇਸੈਂਸ ਆ ਜਾਂਦਾ। ਉਸ ਤੋਂ ਬਾਅਦ ਤੁਸੀਂ ਇਹਨਾਂ ਬੰਦਿਆਂ ਨੂੰ ਇੰਡੀਆ, ਪਾਕਿਸਤਾਨ, ਯੂਕੇ, ਦੁਬਈ ਕਿਧਰੋਂ ਵੀ ਚੱਕ ਸਕਦੇ ਹੋ। ਮਿਨੀਮਮ ਸੈਲਰੀ 5600 ਗਈ ਆ। ਮਿਨੀਮਮ ਸੈਲਰੀ ਘੰਟੇ ਦੇ ਲਿਹਾਜ਼ ਨਾਲ ਚਲੋ ਤੇ 10 ਪਾਉਂਡ ਤੇ 10 ਪੈਨੀ ਆ ਗਈ। ਮਿਨੀਮਮ ਸੈਲਰੀ ਜਿਹੜਾ ਉਸ ਜੌਬ ਦਾ ਔਨਗੋਇੰਗ ਰੇਟ ਹੈ ਉਹਦਾ 80% ਹੁੰਦੀ ਆ। ਇਹ ਇਹਦਾ ਨਾਰਮਲ ਕ੍ਰਾਈਟੇਰੀਆ ਹੁੰਦਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ। ਠੀਕ ਆ। ਤੇ ਡਰਾਈਵਰ ਦਾ ਜਿਹੜਾ ਪੇਸ਼ਾ ਹੈਗਾ ਸਟ੍ਰੇਟ ਅਵੇ ਉਸ ਲਿਸਟ ਦੇ ਅੰਦਰ ਸਕਿੱਲ ਵਰਕਰ ਦੇ ਵੀਜ਼ੇ ਨਹੀਂ ਆਉਂਦਾ। ਹਾਵੈਵਰ ਗਵਰਨਮੈਂਟ ਤੇ ਬਹੁਤ ਇਸ ਟਾਈਮ ਪ੍ਰੈਸ਼ਰ ਹੈਗਾ। ਸਾਰੀ ਟਰਾਂਸਪੋਰਟ ਕੰਪਨੀਆਂ ਕਹਿ ਰਹੀਆਂ ਕਿ ਜਿਹੜਾ ਡਰਾਈਵਰ ਦਾ ਪੇਸ਼ਾ ਹੈਗਾ ਤੁਸੀਂ ਉਹਨੂੰ ਸਕਿੱਲ ਦੇ ਅੰਦਰ ਪਾਓ। ਤੇ ਇਹ ਗਵਰਨਮੈਂਟ ਤੇ ਕਾਂਸਟੈਂਟ ਪ੍ਰੈਸ਼ਰ ਹੈਗਾ। ਮਿਨਿਸਟਰੀ ਆਫ ਡਿਫੈਂਸ ਤੋਂ ਲੈ ਕੇ ਮਿਨਿਸਟਰੀ ਆਫ ਟਰਾਂਸਪੋਰਟ TFT ਤੋਂ ਲੈ ਕੇ ਸਾਰਿਆਂ ਨੇ ਗਵਰਨਮੈਂਟ ਤੇ ਇਸ ਟਾਈਮ ਜ਼ੋਰ ਦਿੱਤਾ ਪਿਆ ਕਰੋ। ਔਰ ਉਮੀਦ ਹੈਗੀ ਆ ਕਿ ਇਹ ਕਾਨੂੰਨ ਚੇਂਜ ਹੋਊਗਾ। ਜਿਸ ਤਰ੍ਹਾਂ ਪਿਛਲੇ 2-3 ਵੀਕਾਂ ਦੇ ਅੰਦਰ ਆਪਾਂ ਨੇ ਪੈਟਰੋਲ ਪੰਪਾਂ ਤੋਂ ਬਾਹਰ ਐਮਪਟੀ ਸ਼ੈਲਫਾਂ ਵੀ ਖਾਲੀ ਤੱਕੀਆਂ, ਪੈਟਰੋਲ ਪੰਪਾਂ ਵਾਲੇ ਬੰਦ ਹੋਣੇ ਤੱਕੇ, ਔਰ ਹੋਰ ਵੀ ਬਹੁਤ ਸਾਰੀਆਂ ਇੰਡਸਟਰੀਆਂ ਨੂੰ ਬਲੋ ਲੱਗ ਰਿਹਾ, ਬਹੁਤ ਉਹਨਾਂ ਨੂੰ ਨੁਕਸਾਨ ਫੀਲ ਹੋ ਰਿਹਾ। ਤੇ ਇਹ ਗਵਰਨਮੈਂਟ ਜਿਹੜੀ ਆ ਓਬਵੀਅਸਲੀ ਬੜੀ ਕਲੈਵਰ ਹੈਗੀ ਆ ਤੇ ਇਹ ਰਾਤੋਂ ਰਾਤ ਇਹਨੂੰ ਕਰ ਦੇਣ ਕੰਟਰੋਲ ਕਰਨ ਦੀ ਕੋਸ਼ਿਸ਼ ਜਾਣੇ ਤੋਂ ਪਹਿਲੇ ਆਈ ਥਿੰਕ ਟਾਈਮ ਤੇ ਹੋਗਾ। ਫਿਰ ਵੀ ਕਹਿ ਦੇਣਾ ਅਮਨੈਸਟੀ ਦੀ ਜਿਹੜੀ ਸਾਵਨ ਉਹ ਸਾਡੇ ਅੰਦਰ ਹਾਲੀ ਵੀ ਹੈਗੀ ਆ। ਕੱਲ ਸਾਡਾ ਸੀ ਪਹਿਲੇ ਪ੍ਰੋਗਰਾਮ ਅਮਨੈਸਟੀ ਦਾ ਕਰਨੇ ਵਾਸਤੇ, ਉਹ ਸਾਨੂੰ ਫਿਲਹਾਲ ਪਰਮਿਸ਼ਨ ਕਲੀਅਰ ਨਹੀਂ ਹੋਈ ਤੇ ਅਸੀਂ ਇਹ ਨਹੀਂ ਚਾਹੁੰਦੇ ਕਿ ਅਸੀਂ 2-3 ਹਜ਼ਾਰ ਬੰਦਾ ਲੈ ਕੇ ਚਲੇ ਜਾਈਏ। ਜਿਸ ਤਰ੍ਹਾਂ ਰੱਬ ਨੇ ਕੀਤਾ ਕਿ ਬਾਕੀ ਇੰਡਸਟਰੀਆਂ ਦੇ ਅੰਦਰ ਜਿਹੜੀ ਹੋਮ ਆਫਿਸ ਨਹੀਂ ਮੰਨਦੀ ਸੀ ਡਰਾਈਵਰਾਂ ਨੂੰ, ਪੋਲਟਰੀ ਵਰਕਰਾਂ ਨੂੰ, ਅੱਜ ਉਹ ਮੰਨ ਰਹੀ ਆ ਤੇ ਅਮਨੈਸਟੀ ਹੀ ਇਸ ਗੱਲ ਦਾ ਹੱਲ ਹੈ। ਜਿਹੜੇ ਵਕੀਲ, ਜਿਹੜੇ ਲੋਕੀ ਅਮਨੈਸਟੀ ਦੇ ਖਿਲਾਫ ਸਨ, ਅੱਜ ਉਹੀ ਗੋਰਿਆਂ ਦੇ ਚੈਨਲ ਤੇ ਕਹਿ ਰਹੇ ਨੇ ਕਿ ਅਮਨੈਸਟੀ ਹੋਣੀ ਚਾਹੀਦੀ ਆ। ਅਮਨੈਸਟੀ ਹੀ ਇਸ ਮਸਲੇ ਦਾ ਹੱਲ ਹੈ। ਯੂਰਪ ਵਾਲੇ ਤਾਂ ਸਾਨੂੰ ਮੂੰਹ ਨਹੀਂ ਲਾ ਰਹੇ। ਬਾਕੀ ਵੀਜ਼ਾ ਨੈਸ਼ਨਲ, ਨੌਨ ਵੀਜ਼ਾ ਨੈਸ਼ਨਲ ਕੰਟਰੀ ਤੇ ਆਉਣਾ ਨਹੀਂ ਚਾਹੁੰਦੇ। ਬਾਕੀ ਹੋਰ ਕੰਟਰੀਆਂ ਤੋਂ ਤੁਸੀਂ ਬੁਲਾਉਣਾ ਚਾਹੁੰਦੇ ਹੋ ਤੇ ਜਿਹੜੇ ਭੈਣ ਭਾਈ 1.5 ਤੋਂ 2 ਮਿਲੀਅਨ ਬੰਦਾ ਹੈਗਾ, ਤੁਸੀਂ ਇੱਥੋਂ ਕਿਉਂ ਨਹੀਂ ਆਪਣੀ ਲੇਬਲ ਪੂਰੀ ਕਰਦੇ? ਬਿਲਕੁਲ ਜਦ ਕਿ ਬਹੁਤ ਆਸਾਨ ਤੇ ਈਜ਼ੀ ਇਹ ਬਹੁਤ ਆਸਾਨ ਤਰੀਕਾ ਹੈਗਾ। ਲੇਕਿਨ ਸਿਰਫ ਗਵਰਨਮੈਂਟ
ਆਪਣੀ ਜਿਹੜੀ ਇਨਐਫੀਸ਼ੀਐਂਟ ਪਾਲਿਸੀ ਨੂੰ ਛੁਪਾਉਣ ਵਾਸਤੇ ਸਹੀ ਤਰੀਕੇ ਨਾਲ ਬ੍ਰੈਕਸਿਟ ਇਹਨਾਂ ਕੋਲ ਹੋਇਆ ਨਹੀਂ, ਬ੍ਰੈਕਸਿਟ ਦਾ ਐਗਰੀਮੈਂਟ ਡਰਾਫਟ ਹੋਇਆ ਨਹੀਂ, ਬ੍ਰੈਕਸਿਟ ਦੀ ਡੀਲ ਇਹਨਾਂ ਕੋਲ ਹੋ ਸਕੀ ਨਹੀਂ। ਬ੍ਰੈਕਸਿਟ ਦੀ ਜਿਹੜੀ ਡੀਲ ਹੈ ਇਟਸ ਨੋਟ ਅ ਬਲਡੀ ਡੀਲ, ਇਟਸ ਅ ਬੈਡ ਡੀਲ। ਇਹ ਉਸਦੇ ਅਸਰਾਤ ਹੁਣ ਤੱਕ ਵੀ ਲੈ ਤੇ ਹੁਣ ਗਵਰਨਮੈਂਟ ਕਹੂਗੀ ਕਿ ਉਸ ਟਾਈਮ ਇਹ ਗਵਰਨਮੈਂਟ ਕਹੂਗੀ ਉਸ ਟਾਈਮ ਅਸੀਂ ਬ੍ਰੈਕਸਿਟ ਕਰਵਾਇਆ, ਇਮੀਗ੍ਰੇਸ਼ਨ ਘੱਟ ਹੋਏ ਤੇ ਹੁਣ ਉਨੀ ਕੱਚੇ ਲੋਕਾਂ ਨੂੰ ਪੱਕਾ ਸੀ ਕਿਸ ਮੂੰਹ ਨਾਲ ਕਰੀਏ। ਬਿਲਕੁਲ ਸਮਝ ਰਹੇ ਤੁਸੀਂ ਉਹਨਾਂ ਦੀ ਕਿਸਮ ਦੇ ਆਪਣੀ। ਹੁਣ ਤੁਸੀਂ ਜੋ ਮੈਂ 19 ਜੁਲਾਈ ਨੂੰ ਵੀ ਸ਼ੋਰ ਪਾਇਆ ਸੀ ਕਿ ਬੈਕ ਡੋਰ ਪਾਲਿਸੀ ਹੋਊਗੀ, ਵੈਰੀ ਲਾਈਕਲੀ ਉਹ ਬੈਕ ਡੋਰ ਪਾਲਿਸੀ ਦੇਖ ਲੈਣਾ ਹੋਏਗੀ ਤੁਸੀਂ। ਅੱਜ ਇਹ ਡਰਾਈਵਰਾਂ ਦੇ ਨਾਂ ਤੇ, ਲੋਰੀ ਡਰਾਈਵਰਾਂ ਦੇ ਨਾਂ ਤੇ, ਪੋਲਟਰੀ ਦੇ ਵਰਕਰਾਂ ਤੇ, ਫਾਰਮਰ ਦੇ ਨਾਂ ਤੇ ਦੇ ਰਹੇ ਵੀਜ਼ੇ, ਇਹੀ ਕੱਚੇ ਲੋਕ ਦੇਖ ਰਹੇ, ਇਹਨਾਂ ਨੂੰ ਦੇਣੇ ਪਵਣਗੇ, ਅਦਰਵਾਈਜ਼ ਅਸੀਂ ਸਾਰੇ ਡੁੱਬਾਂਗੇ ਇਸ ਕਸ਼ਤੀ ਦੇ ਅੰਦਰ। ਠੀਕ ਹੈ, ਪੈਟਰੋਲ ਤੁਸਾਂ ਨੂੰ ਚਾਹੀਦਾ, ਗੱਡੀ ਵਾਸਤੇ ਮਨ ਵੀ ਚਾਹੀਦਾ, ਫੂਡ ਚਾਹੀਦੀ, ਸਾਨੂੰ ਵੀ ਚਾਹੀਦੀ। ਠੀਕ ਹੈ ਨਾ। ਹੁਣ ਤੇ ਮੈਂ ਤਾਂ ਕਹਿੰਦਾ ਜੀਤ ਬਾਜੀ ਨੂੰ ਰਿਕੁਐਸਟ ਕਰ ਰਿਹਾ, ਤੁਸੀਂ ਇੱਕ ਹੋਰ ਐਮਨੈਸਟੀ ਦੀ ਤਹਿਰੀਕ ਚਲਾਓ, ਇਹ ਲਾਰੀ ਡਰਾਈਵਰਾਂ ਵਾਸਤੇ ਤੇ ਫੂਡ ਵਾਸਤੇ ਵੀ, ਉਹ ਤੁਸੀਂ ਦੇਖ ਲੈਣਾ, ਕਿਉਂਕਿ ਹੁਣ ਬ੍ਰਿਟਿਸ਼ ਲੋਕਾਂ ਦੇ ਆਪਣੀ ਜਾਨ ਦਾ ਮਸਲਾ ਹੈ, ਆਪਣੇ ਖਾਣੇ ਪੀਣ ਦਾ ਮਸਲਾ ਹੈ। ਇਹ 1 ਮਿਲੀਅਨ ਜਿਹੜਾ ਸੌਰੀ 1 ਲੱਖ ਸਾਈਨ ਰਾਤੋਂ ਰਾਤ ਨਾ ਹੋਏ, ਜੋ ਮਰਜ਼ੀ ਕਹਿਣਾ ਦੇ ਝਟਣਗੇ। ਹਾਂਜੀ ਬਿਲਕੁਲ ਜੀ, ਠੀਕ ਹੈ ਭਾਜੀ, ਥੈਂਕ ਯੂ ਜਵੇਦ ਜੀ, ਤੁਸੀਂ ਸਟੂਡੀਓ ਦੇ ਵਿੱਚ ਆਏ ਤੇ ਸਾਰੇ ਦਰਸ਼ਕਾਂ ਨੂੰ ਅਪਡੇਟ ਦਿੱਤੀ ਤੇ ਨਾਲ ਜਿਹੜੇ ਵਹਿਮ ਵੀ ਸੀ, ਜਾਣੀ ਕਿ ਦਿਮਾਗ ਦੇ ਵਿੱਚ ਗਲਤ ਚੀਜ਼ਾਂ ਸੀ, ਉਹਨਾਂ ਤੋਂ ਵੀ ਕਲੀਅਰ ਹੋ ਗਿਆ ਵੀ ਹਾਂ ਹਜੇ ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਦੁਬਈ, ਜਾਣੀ ਕਿ ਉਹਨਾਂ ਕੰਟਰੀਆਂ ਲਈ ਹਜੇ ਕੋਈ ਸਕੀਮ ਹੈ ਨਹੀਂ ਗੀ ਜੀ। ਤੇ ਬਿਲਕੁਲ ਤੁਸੀਂ ਵੀ ਬਚ ਕੇ ਰਹਿਣਾ, ਨਜਾਇਜ਼ ਕਿਸੇ ਕੋਲ ਪੈਸੇ ਨਹੀਂ ਫਸਾਉਣੇ, ਕਿਉਂਕਿ ਪੈਸਾ ਕਮਾਉਣਾ ਕਹਿੰਦੇ ਬਹੁਤ ਕਮਾਉਣਾ ਸੌਖਾ ਪਰ ਸਾਂਭਣਾ ਬਹੁਤ ਔਖਾ ਹੁੰਦਾ। ਹਰ ਕੋਈ ਚਾਹੁੰਦਾ ਕਿ ਮੇਰਾ ਭੈਣ ਭਾਈ ਕਿਸੇ ਨਾਲ ਰਿਸ਼ਤੇਦਾਰ ਕੋਈ ਨਾ ਕੋਈ ਬਾਹਰ ਆ ਕੇ ਸੈੱਟ ਹੋ ਜਾਵੇ, ਪਰ ਜਿਹੜੀ ਕੋਈ ਸਕੀਮ ਜਿੱਦਾਂ ਵੀ ਆਊਗੀ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਜਾਊਗੀ ਜੀ। ਅੱਜ ਦੇ ਲਈ ਇੰਨਾ ਹੀ, ਆਪੋ ਆਪਣਾ ਰੱਖਿਓ ਖਿਆਲ, ਹੱਸਦੇ ਵਸਦੇ ਰਹੋ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਗੁੱਡ ਨਾਈਟ ਜੀ।